ਧੰਨ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹਲਾ ਨੌਵਾਂ। ਯਹ ਮਾਨੋ ਨੈਕ ਨ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ। ਦੁਰਮਤ ਤੇ ਨਾ ਟਰੈ, ਯਹ ਮਾਨੋ ਨੈਕ ਨ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ। ਦੁਰਮਤ ਤੇ ਨਾ ਟਰੈ ਰਹਾਉ। ਮਦ ਮਾਇਆ ਕੈ ਭਇਓ ਬਾਵਰੋ, ਹਰ ਜਸ ਨਹਿ ਉਚਰੈ। ਕਰ ਪਰਪੰਚ ਜਗਤ ਕੋ ਡਹਿਕੈ, ਆਪਨੋ ਉਦਰ ਭਰੈ। ਸਵਾਨ ਪੂਛ ਜਿਉ ਹੋਏ ਨ ਸੂਧੋ, ਕਹਿਓ ਨਾ ਕਾਨ ਧਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਸਵਾਨ ਪੂਛ ਜਿਉ ਹੋਏ ਨ ਸੂਧੋ, ਕਹਿਓ ਨਾ ਕਾਨ ਧਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਅਦਬ ਸਤਿਕਾਰ ਸਹਿਤ ਸ਼ਰਵਣ ਕੀਤੇ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 536 ਉੱਪਰ ਰਾਗ ਦੇਵ ਗੰਧਾਰੀ ਦੇ ਵਿੱਚੋਂ ਆਪ ਜੀ ਨੇ ਇਸ ਰਾਗ ਵਿੱਚ ਸਤਿਗੁਰੂ ਦਾ ਦਰਜ ਪਹਿਲਾ ਸ਼ਬਦ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਰਾਗ ਦੇਵ ਗੰਧਾਰੀ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁੱਲ 3 ਸ਼ਬਦ ਦਰਜ ਹਨ। ਸ਼ਬਦ ਦੀ ਆਰੰਭਤਾ ਸਤਿਗੁਰੂ ਮਹਾਰਾਜ ਨੇ ਸੰਖੇਪ ਮੰਗਲਾਚਰਨ ਤੋਂ ਕੀਤੀ ਹੈ। ਇੱਕ ਹਿੰਦਸਾ ਸਮੁੱਚੇ ਰੂਪ ਵਿੱਚ ਇੱਕ ਬੱਝਵੀਂ ਸੱਤਾ ਦਾ ਲਖਾਇਕ ਹੈ। ਉਹ ਸੱਤਾ ਜੋ ਜਗਤ ਦਾ ਆਦ ਹੈ, ਜਗਤ ਦੀ ਸੰਚਾਲਕ ਹੈ ਤੇ ਇਸ ਦੇਸ਼ ਦੇ ਪਦਾਰਥਕ ਪਸਾਰੇ ਨੂੰ ਸਿਰਜ ਕੇ ਚਲਾਉਣ ਵਾਲੀ, ਖਤਮ ਕਰਨ ਵਾਲੀ ਅਤੇ ਇਸ ਦੇ ਖਾਤਮੇ ਤੋਂ ਬਾਅਦ ਵੀ ਜੋ ਮੌਜੂਦ ਹੈ, ਭਾਵ ਸਦੀਵ ਕਾਲ ਕਾਇਮ ਰਹਿਣ ਵਾਲੀ ਸੱਤਾ।
ਜਿਹੜੀ ਆਪਣੀ ਰਚਨਾ ਦੇ ਵਿੱਚ ਓਤ-ਪੋਤ ਹੈ, ਵਿਆਪਕ ਹੈ, ਸਮਾਈ ਹੋਈ ਹੈ। ਓਅੰਕਾਰ ਉਸ ਦੇ ਵਸੇ ਹੋਣ ਦਾ, ਆਪਣੀ ਰਚਨਾ ਦੇ ਵਿੱਚ ਇੱਕ ਸੁਰ ਹੋਣ ਦਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਪਾਵਨ ਜਿਹੜਾ ਸਿੰਬਲ ਹੈ, ਜਿਹੜਾ ਸ਼ਬਦ ਹੈ, ਇਹ ਸਾਨੂੰ ਸੂਚਨਾ ਦਿੰਦਾ। ਸਤ ਸ਼ਬਦ ਜਿਹੜਾ ਹੈ ਸਦਾ ਦੀ ਕਾਇਮ ਹਸਤੀ ਬਾਰੇ ਸਾਨੂੰ ਉਹਦੇ ਪ੍ਰਗਟਾਓ ਬਾਰੇ ਦੱਸਦਾ ਕਿ ਜਿਹੜੀ ਹਸਤੀ ਕੱਲ੍ਹ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸਦਾ ਰਹੇਗੀ। ਭੂਤ, ਭਵਿੱਖ, ਵਰਤਮਾਨ, ਅਸੀਂ ਸਮਿਆਂ ਨੂੰ ਇਹਨਾਂ ਹਾਲਤਾਂ ਵਿੱਚ ਵੰਡਦੇ ਹਾਂ ਆਪਣੀ ਸੌਖ ਵਾਸਤੇ। ਪਰ ਜਿਹੜੀ ਚੀਜ਼ ਸਮੇਂ ਦੀ ਬੰਦਿਸ਼ ਵਿੱਚ ਹੀ ਨਾ ਹੋਵੇ, ਤੂੰ ਆਦਿ ਪੁਰਖ ਨਾਹੀਂ ਸਿਰ ਕਾਲਾ। ਅਸੀਂ ਕਾਲ ਕਿਹਨੂੰ ਕਹਿੰਦੇ ਹਾਂ? ਸਮੇਂ ਨੂੰ। ਕਾਲ ਦਾ ਦੂਜਾ ਅਰਥ ਅਸੀਂ ਮੌਤ ਵੀ ਕਰਦੇ, ਕਿਉਂਕਿ ਮੌਤ ਵੀ ਸਮੇਂ ਦੇ ਬੰਧਾਨ ਵਿੱਚ ਹੈ। ਵਕਤ ਨਾਲ ਜਿਹੜੀ ਚੀਜ਼ ਹੰਡ ਕੇ ਸਮੇਂ ਦੇ ਮੁਤਾਬਕ ਮੁੱਕ ਜਾਏ, ਉਸ ਨੂੰ ਅਸੀਂ ਕਹਿੰਦੇ ਕਾਲ ਦਾ ਸ਼ਿਕਾਰ ਹੋ ਗਏ। ਪਰ ਸਤਿਗੁਰੂ ਬਾਣੀ ਵਿੱਚ ਕਹਿੰਦੇ ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ। ਤੂੰ ਸਮੇਂ ਦੀ ਬੰਦਿਸ਼ ਤੋਂ ਰਹਿਤ ਹੈ ਤੇ ਸਮਾਂ ਜਿਹੜਾ ਹੈ ਉਹ ਤੇਰੇ ਉੱਤੇ ਲਾਗੂ ਨਹੀਂ। ਸਤਿਗੁਰੂ ਮਹਾਰਾਜ ਅਗਲਾ ਸ਼ਬਦ ਵਰਤਦੇ ਹਨ, ਗੁਰ ਭਾਵ ਸੱਚੇ ਗੁਰੂ ਦੀ ਆਤਮ ਗਿਆਨ ਦੀ ਸੋਝੀ ਦੇ ਨਾਲ, ਬਖਸ਼ਿਸ਼ ਦੇ ਨਾਲ, ਉਸ ਪਰਮੇਸ਼ਰ ਨਾਲ ਇੱਕ ਸੁਰਤਾ ਜੀਵ ਦੀ ਹੁੰਦੀ ਹੈ। ਰਾਗ ਦੇਵ ਗੰਧਾਰੀ ਮਹੱਲਾ 9ਵਾਂ। ਦੇਵ ਗੰਧਾਰੀ ਰਾਗ ਦੇ ਵਿੱਚ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਗੇ ਆਰੰਭ ਹੁੰਦਾ ਹੈ। ਰਹਾਉ ਸ਼ਬਦ ਜਿਹੜਾ ਇਹ ਹੈ ਠਹਿਰੋ, ਰੁਕੋ, ਵਿਚਾਰ ਕਰੋ। ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਜਿਸ ਦੀ ਵਿਆਖਿਆ ਜਿਹੜੀ ਅੱਗੇ ਸਾਰੇ ਸ਼ਬਦ ਵਿੱਚ ਕੀਤੀ ਜਾਂਦੀ ਹੈ, ਉਸ ਮੁੱਖ ਖਿਆਲ ਨੂੰ ਸਤਿਗੁਰੂ ਜੀ ਰਹਾਉ ਵਾਲੇ ਬੰਦ ਵਿੱਚ ਦਰਜ ਕਰਦੇ ਨੇ। ਤੇ ਰਹਾਉ ਵਾਲਾ ਬੰਦ ਹੈ, ਜਹ ਮਨ ਨੈਕ ਨ ਕਹਿਓ ਕਰੈ। ਇਹ ਮਨ, ਨੈਕ ਦਾ ਮਤਲਬ ਹੁੰਦਾ ਹੈ ਇੱਕ ਤੋਂ ਵੀ ਘੱਟ, ਭਾਵ ਥੋੜ੍ਹਾ ਜਿਹਾ, ਜਿਹਨੂੰ ਆਪਾਂ ਕਹਿੰਦੇ ਰਤਾ ਜਿਹਾ, ਨਿਮਖ ਮਾਤਰ, ਥੋੜ੍ਹਾ ਜਿਹਾ ਵੀ ਇਹ ਮਨ ਨੇਕ ਪਾਸੇ ਨਹੀਂ ਤੁਰਦਾ। ਥੋੜ੍ਹੀ ਜਿਹੀ ਸਿੱਖਿਆ ਵੀ ਇਸ ਮਨ ਦੇ ਉੱਤੇ ਅਸਰ ਨਹੀਂ ਕਰ ਰਹੀ। ਇੱਕ ਵੀ ਚੰਗਾ ਖਿਆਲ ਮੈਂ ਇਸ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਮਨ ਉਸ ਨੇਕ ਖਿਆਲ ਨਾਲ ਨਹੀਂ ਜੁੜਦਾ, ਉਸ ਨੇਕ ਵਿਚਾਰ ਦੇ ਨਾਲ ਜੁੜ ਕੇ ਚੰਗੇ ਪਾਸੇ ਵੱਲ ਇਹਦਾ ਰੁਝਾਨ ਨਹੀਂ ਹੁੰਦਾ। ਮਨ ਦੀ ਇਸ ਦਸ਼ਾ ਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਬਿਆਨ ਕੀਤਾ। ਸਮੁੱਚੇ ਸ਼ਬਦ ਵਿੱਚ ਵੀ ਸਤਿਗੁਰੂ ਨੇ ਮਨ ਦੀ ਐਸੀ ਹਾਲਤ ਬਾਰੇ ਬਹੁਤ ਕੁਝ ਦੱਸਿਆ। ਸਤਿਗੁਰੂ ਦੇ ਇਸ ਮੁਬਾਰਕ ਉਪਦੇਸ਼ ਨੂੰ ਸਮਝਣ ਤੋਂ ਪਹਿਲਾਂ ਸੰਖੇਪ ਵਿੱਚ ਇੰਨਾ ਕੁ ਸਮਝ ਲਈਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਮੁੱਖ ਰੂਪ ਵਿੱਚ ਸਤਿਗੁਰੂ ਦੀ ਜਿੰਨੀ ਵੀ ਬਾਣੀ ਹੈ ਉਹ ਮਨ ਦੇ ਇਰਦ ਗਿਰਦ ਘੁੰਮਦੀ ਹੈ। ਅਸੀਂ ਚਾਹੇ ਫਿਜ਼ੀਕਲੀ ਗੱਲ ਕਰੀਏ, ਸਰੀਰਕ ਜੀਵਨ ਦੀ, ਚਾਹੇ ਅਸੀਂ ਪਰਿਵਾਰਕ ਜੀਵਨ ਦੀ ਗੱਲ ਕਰੀਏ, ਚਾਹੇ ਸਾਡੇ ਜੀਵਨ ਦਾ ਸਮਾਜਿਕ ਪੱਖ ਹੋਵੇ, ਚਾਹੇ ਰਾਜਨੀਤਿਕ ਪੱਖ ਹੋਵੇ, ਕੋਈ ਵੀ ਕਿਸ ਵੀ ਵਿਸ਼ੇ ਦੇ ਉੱਤੇ ਜਿਸ ਵੇਲੇ ਅਸੀਂ ਬਾਹਰ ਮਨੁੱਖੀ ਜੀਵਨ ਨਾਲ ਸੰਬੰਧਿਤ ਗੱਲ ਕਰਦੇ ਹਾਂ ਤਾਂ ਇੱਕ ਗੱਲ ਨੂੰ ਹਮੇਸ਼ਾ ਸਮਝ ਲਈਏ ਵੀ ਸਾਰੀ ਦੀ ਸਾਰੀ ਕਹਾਣੀ ਜਿਹੜੀ ਹੈ ਉਹ ਸਾਡੇ ਮਨ ਦੀ ਅਵਸਥਾ ਨਾਲ ਜੁੜੀ ਹੋਈ ਹੈ। ਇੱਥੋਂ ਤੱਕ ਵੀ ਸਾਡੇ ਜੀਵਨ ਵਿੱਚ ਜਿਹੜੀ ਖੁਸ਼ੀ ਹੈ, ਗਮੀ ਹੈ, ਢਹਿੰਦੀ ਕਲਾ ਹੈ, ਚੜ੍ਹਦੀ ਕਲਾ ਹੈ, ਜਿੰਨੇ ਉਤਰਾਅ ਚੜ੍ਹਾਅ ਵਾਪਰਦੇ ਨੇ, ਸਾਡੇ ਸੁਭਾਅ ਵਿੱਚ ਵਾਪਰਦੇ ਨੇ, ਸਾਡੇ ਕਰਮ ਵਿੱਚ ਵਾਪਰਦੇ ਨੇ। ਸਾਡਾ ਜਿਹੋ ਜਿਹਾ ਬਿਹੇਵੀਅਰ ਹੈ, ਜਿਹੋ ਜਿਹਾ ਸਾਡਾ ਅਮਲ ਤੇ ਕਰਮ ਹੈ, ਜੋ ਕੁਝ ਅਸੀਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ, ਉਹ ਸਾਰਾ ਕੁਝ ਸਾਡੇ
ਮਨੋ ਅਵਸਥਾ ਕਰਕੇ ਹੈ। ਬੇਸ ਕੀ ਇਹਨਾਂ ਸਾਰੀਆਂ ਚੀਜ਼ਾਂ ਦਾ? ਸਾਡੇ ਮਨ ਦੀ ਅਵਸਥਾ ਜਿਸ ਵੇਲੇ ਜਿਹੋ ਜਿਹੀ ਹੁੰਦੀ ਹੈ, ਸਾਡਾ ਵੇਖਣ ਦਾ ਦ੍ਰਿਸ਼ਟੀਕੋਣ ਵੀ ਉਹੋ ਜਿਹਾ ਹੁੰਦਾ ਹੈ, ਸਾਡਾ ਸੁਣਨ ਦਾ ਜਿਹੜਾ ਸਾਡੇ ਅੰਦਰ ਦੀ ਜਿਹੜੀ ਭਾਵਨਾ ਹੈ ਉਹ ਵੀ ਉਹੋ ਜਿਹੀ ਹੁੰਦੀ ਹੈ, ਬੋਲਦੇ ਵੀ ਅਸੀਂ ਉਹ ਕੁਝ ਹਾਂ ਜੋ ਜਿਸ ਵੇਲੇ ਜਿਹੋ ਜਿਹੀ ਮਨ ਜਿਹੋ ਜਿਹੀ ਦਸ਼ਾ ਵਿੱਚ ਹੁੰਦਾ ਹੈ, ਅਸੀਂ ਉਸੇ ਤਰ੍ਹਾਂ ਦਾ ਹੀ ਫੀਲ ਕਰਦੇ ਹਾਂ, ਆਲੇ ਦੁਆਲੇ ਨੂੰ ਮਹਿਸੂਸ ਕਰਦੇ ਹਾਂ। ਇਸ ਨੂੰ ਵਿਚਾਰਵਾਨਾਂ ਨੇ ਕਿਹਾ, ਅਸੀਂ ਹਮੇਸ਼ਾ ਇੱਕ ਆਪਣੀ ਦੁਨੀਆ ਵਿੱਚ ਸਿਰਜੀ ਹੋਈ ਹੈ, ਉਹ ਸਾਡੇ ਮਨ ਦਾ ਸੰਸਾਰ ਹੈ। ਉਸ ਮਨ ਦੇ ਸੰਸਾਰ ਮੁਤਾਬਕ ਹੀ ਅਸੀਂ ਬਾਹਰ ਦੇ ਸੰਸਾਰ ਵੱਲ ਝਾਤ ਪਾਉਂਦੇ ਹਾਂ। ਇਹਦੀ ਇੱਕ ਬੜੀ ਬਾਕਮਾਲ ਉਦਾਹਰਣ ਇੱਕ ਵਿਚਾਰਵਾਨ ਨੇ ਲਿਖੀ ਹੈ। ਉਹ ਕਹਿੰਦਾ ਇੱਕ ਦਰਖਤ ਹੈ, ਧੁੱਪ ਦੇ ਪ੍ਰਭਾਵ ਤੋਂ ਬਚਣ ਲਈ, ਦੁਪਹਿਰ ਦਾ ਸਮਾਂ ਕੱਟਣ ਲਈ ਉਸ ਦਰਖਤ ਦੇ ਥੱਲੇ ਵੱਖ-ਵੱਖ ਲੋਕ ਆ ਕੇ ਦੁਪਹਿਰ ਦਾ ਸਮਾਂ ਕੱਟ ਕੇ ਫਿਰ ਅੱਗੇ ਚਲੇ ਜਾਂਦੇ ਨੇ, ਪਾਂਧੀ ਮੁਸਾਫਰ ਰਾਹੀ। ਇੱਕ ਮੁਸਾਫਰ ਉਸ ਦਰਖਤ ਦੇ ਥੱਲੇ ਆ ਕੇ, ਰੁੱਖ ਦੇ ਥੱਲੇ ਆ ਕੇ ਕੁਝ ਸਮਾਂ ਰੁਕਿਆ। ਉਹ ਲੱਕੜਹਾਰਾ ਸੀ, ਜਿਸ ਦਾ ਪੇਸ਼ਾ ਤੇ ਕੰਮ ਇਹ ਸੀ ਵੀ ਲੱਕੜਾਂ ਕੱਟਣੀਆਂ, ਰੁੱਖ ਵੱਢਣੇ ਤੇ ਉਹਨਾਂ ਲੱਕੜਾਂ ਨੂੰ ਵੇਚਣਾ। ਹੁਣ ਜਿਹੋ ਜਿਹਾ ਜਿਹੜਾ ਬੰਦਾ ਇਹੋ ਜਿਹਾ ਕਾਰਜ ਕਰਦਾ ਹੈ, ਉਹ ਰੁੱਖ ਨੂੰ ਵੇਖ ਕੇ ਉਹਦਾ ਮੁੱਲ ਤੈਅ ਕਰਦਾ ਹੈ। ਉਹ ਖੜੇ ਖੜੋਤੇ ਰੁੱਖ ਖਰੀਦ ਲੈਂਦੇ ਨੇ ਤੇ ਉਹਦੇ ਹਿਸਾਬ ਨਾਲ ਉਹਦਾ ਮੁੱਲ ਤੈਅ ਕਰਦੇ, ਕਿਉਂਕਿ ਉਹਨਾਂ ਦਾ ਤਜਰਬਾ ਜਿਹੜਾ ਹੈ, ਉਸ ਲੱਕੜ ਨੂੰ ਵੇਂਦਿਆਂ ਸਾਰ ਵੀ ਇਹਦੇ 'ਚੋਂ ਕਿੰਨੀ ਲੱਕੜ ਨਿਕਲੇਗੀ, ਕਿੰਨਾ ਪ੍ਰੋਫਿਟ ਹੋਏਗਾ, ਕਿੰਨਾ ਮੈਂ ਖਰਚ ਕਰਾਂ ਤੇ ਵਾਰਾ ਖਾਂਦਾ। ਉਹ ਰੁੱਖ ਨੂੰ ਖਰੀਦ ਲੈਂਦੇ ਨੇ ਤੇ ਉਹਨੂੰ ਅੱਗੇ ਕੱਟ ਕੇ ਵੇਚ ਕੇ ਫਿਰ ਉਹਦੇ ਵਿੱਚੋਂ ਉਹ ਲਾਭ ਕੱਢਦੇ। ਉਹ ਲੱਕੜਹਾਰਾ ਦੁਪਹਿਰ ਦਾ ਸਮਾਂ ਕੱਟਣ ਲਈ ਉਸ ਰੁੱਖ ਦੇ ਥੱਲੇ ਆ ਕੇ ਰੁਕਦਾ ਹੈ, ਛਾਂ ਮਾਣਦਾ ਹੈ ਤੇ ਆਪਣੇ ਤਜਰਬੇ ਮੁਤਾਬਕ ਜਿਹੜਾ ਕੰਮ ਉਹ ਕਰ ਰਿਹਾ, ਜਿਹੋ ਜਿਹੀ ਉਹਦੀ ਮਾਨਸਿਕਤਾ, ਉਹਦੇ ਹਿਸਾਬ ਨਾਲ ਉਸ ਰੁੱਖ ਨੂੰ ਵੇਂਹਦਾ ਤੇ ਮਨ ਹੀ ਮਨ ਸੋਚਦਾ ਹੈ ਇੰਨੇ ਕੁ 1000 ਰੁਪਏ ਦੀ ਘੱਟੋ ਘੱਟ ਲੱਕੜ ਇਸ ਰੁੱਖ ਦੇ ਵਿੱਚੋਂ ਨਿਕਲ ਸਕਦੀ ਹੈ। ਪਰ ਜਿੰਨੀ ਵਧੀਆ ਇਹ ਲੱਕੜ ਹੈ, ਜਿੰਨੀ ਨਿੱਗਰ ਲੱਕੜ ਹੈ, ਜਿੰਨੇ ਸਿੱਧੇ ਟਾਹਣ ਨੇ, ਬੜਾ ਵਧੀਆ ਫਰਨੀਚਰ ਇਹਦੇ ਵਿੱਚੋਂ ਬਣੇਗਾ। ਇਹ ਸੋਚਾਂ ਸੋਚ ਰਿਹਾ। ਅਖੀਰ ਆਪਣਾ ਸਮਾਂ ਪੂਰਾ ਕਰਕੇ ਜਿੰਨਾ ਕੁ ਸਮਾਂ ਉਹਨੇ ਸ਼ਾਮ ਮਾਨਣੀ ਸੀ, ਮਾਣ ਕੇ ਅੱਗੇ ਤੁਰ ਜਾਂਦਾ। ਇੱਕ ਹੋਰ ਵਿਅਕਤੀ ਉਸ ਰੁੱਖ ਦੇ ਥੱਲੇ ਆ ਕੇ ਦੁਪਹਿਰ ਦਾ ਸਮਾਂ ਕੱਟ ਰਿਹਾ ਤੇ ਉਹ ਬੰਦਾ ਫਲ ਵੇਚਣ ਦਾ ਕੰਮ ਕਰਦਾ। ਤੇ ਬਹੁਤੇ ਐਸੇ ਵਿਅਕਤੀ ਵੀ ਹੁੰਦੇ ਨੇ ਜਿਹੜੇ ਫਲਦਾਰ ਬੂਟਿਆਂ ਨੂੰ ਜਿਸ ਵੇਲੇ ਫਲ ਪੈਣ ਲੱਗਦਾ ਤੇ ਉਦੋਂ ਠੇਕਾ ਕਰ ਲੈਂਦੇ ਨੇ, 4 5 10 ਬੂਟਿਆਂ ਦਾ, ਕਈ ਏਕੜਾਂ ਦੇ ਬਾਗ ਦਾ ਵੀ ਕਰ ਲੈਂਦੇ ਨੇ। ਉਹਨਾਂ ਦੀ ਆਪਣੀ ਹੈਸੀਅਤ ਮੁਤਾਬਕ ਉਹ ਵੇਖ ਲੈਂਦੇ ਨੇ ਵੀ ਜਿੰਨਾ ਕੁ ਫਲ ਲੱਗਾ ਹੈ ਉਹਦੇ ਹਿਸਾਬ ਨਾਲ ਇੰਨਾ ਕੁ ਸਾਨੂੰ ਪ੍ਰੋਫਿਟ, ਇਹਦੇ ਵਿੱਚੋਂ ਲਾਭ ਜਿਹੜਾ ਹੈ ਉਹ ਸਾਨੂੰ ਹੋ ਜਾਣਾ ਹੈ ਫਲ ਵੇਚ ਕੇ। ਹੁਣ ਉਹ ਸੋਚਦਾ ਵੀ ਜਿੰਨਾ ਇਹ ਦਰਖਤ ਨੂੰ ਫੁੱਲ ਪਏ ਨੇ ਨਾ, ਜੇ ਇਹਦੇ ਮੁਤਾਬਕ ਕੋਈ ਹਨੇਰੀ ਜਾਂ ਝੱਖੜ ਨਾ ਝੁੱਲਿਆ, ਇਹਦੇ ਫੁੱਲ ਟੁੱਟ ਕੇ ਜ਼ਮੀਨ 'ਤੇ ਨਾ ਡਿੱਗੇ ਤੇ ਇਹਨੂੰ ਇੰਨੇ ਕੁ 1000 ਦਾ ਫਲ ਇਹਦੇ ਤੋਂ ਲੈ ਸਕਦਾ ਘੱਟੋ ਘੱਟ। ਹੁਣ ਵੇਖੋ, 2 ਬੰਦੇ ਨੇ, ਰੁੱਖ ਇੱਕੋ ਹੀ ਹੈ, 2 ਬੰਦਿਆਂ ਦਾ ਆਪਣਾ ਜੋ ਤਜਰਬਾ ਹੈ, ਜੋ ਆਪਣਾ ਦ੍ਰਿਸ਼ਟੀਕੋਣ ਹੈ, ਉਹਦੇ ਮੁਤਾਬਕ ਉਸ ਰੁੱਖ ਨੂੰ ਵੇਖ ਰਹੇ ਨੇ। ਇੱਕ ਨੂੰ ਇਹਦੇ 'ਚੋਂ ਲਾਭ ਲੱਗਦਾ, ਪ੍ਰੋਫਿਟ ਲੱਗਦਾ ਵੀ ਇਹਨੂੰ ਜੜੋਂ ਪੁੱਟ ਦਿੱਤਾ ਜਾਏ ਤੇ ਇੰਨਾ ਕੁ ਫਾਇਦਾ ਹੋ ਸਕਦਾ ਹੈ। ਇੱਕ ਨੂੰ ਇਹਦੇ 'ਚ ਲਾਭ ਲੱਗਦਾ ਵੀ ਜੇ ਇਹਨੂੰ ਇਹਦੇ ਕੱਦ ਮੁਤਾਬਕ, ਜਿੰਨੇ ਨੂੰ ਫੁੱਲ ਪਏ ਨੇ, ਬੂਰ ਪਿਆ, ਇਹਦੇ ਮੁਤਾਬਕ ਜੇ ਇਹਨੂੰ ਫਲ ਲੱਗ ਜਾਏ ਤੇ ਇੰਨਾ ਕੁ ਪ੍ਰੋਫਿਟ ਹੋ ਸਕਦਾ। ਪ੍ਰੋਫਿਟ ਦੋਵੇਂ ਲੈਣਾ ਚਾਹੁੰਦੇ ਨੇ, ਪਰ ਕਾਰਜ ਦੋਵਾਂ ਦੇ ਵੱਖਰੇ ਵੱਖਰੇ ਨੇ। ਇੱਕ ਦਾ ਫਾਇਦਾ ਉਹਨੂੰ ਵੱਢ ਦੇਣ ਦੇ ਵਿੱਚ ਹੈ ਤੇ ਇੱਕ ਦਾ ਫਾਇਦਾ ਉਹਨੂੰ ਹੋਰ ਫਲ ਲੱਗ ਜਾਏ ਇਹਦੇ ਵਿੱਚ ਹੈ। ਹੁਣੇ ਉਹਨਾਂ ਦੇ ਉਹ ਉਸੇ ਜਦੋਂ ਵੀ ਉਹ ਰੁੱਖ ਨੂੰ ਵੇਖਣਗੇ ਦੋਵੇਂ ਬੰਦੇ, ਕਿਉਂਕਿ ਇੱਕ ਫਲ ਵੇਚਣ ਵਾਲਾ ਉਹਨੇ ਉਸ ਨਜ਼ਰ ਦੇ ਨਾਲ ਵੇਖਣਾ, ਇੱਕ ਲੱਕੜਾਂ ਵੇਚਣ ਵਾਲਾ ਉਹਨੇ ਉਸ ਨਜ਼ਰ ਦੇ ਨਾਲ ਵੇਖਣਾ। ਚੀਜ਼ ਇੱਕੋ ਹੀ ਹੈ। ਤੁਸੀਂ ਕਈ ਵਾਰ ਵੇਖਿਆ ਹੋਏਗਾ, ਘਰ ਦੇ 2 ਜੀਅ ਨੇ,
ਦੋਵਾਂ ਦੇ ਵਿੱਚੋਂ ਇੱਕ ਉਦਾਸ ਹੈ ਤੇ ਇੱਕ ਖੁਸ਼ ਹੈ। ਹਾਲਾਂਕਿ ਹੋਣਾ ਤੇ ਚਾਹੀਦਾ ਇੱਕੇ ਘਰ 'ਚ ਰਹਿੰਦੇ, ਜੇ ਘਾਟਾ ਪਿਆ ਤੇ ਦੋਵਾਂ ਨੂੰ ਹੀ ਪਿਆ, ਜੇ ਖੁਸ਼ੀ ਹੈ ਤੇ ਦੋਵਾਂ ਨੂੰ ਹੀ ਹੈ। ਪਰ ਆਮ ਨਾਰਮਲ ਹਾਲਤ ਵਿੱਚ ਕਈ ਵਾਰ ਪਰਿਵਾਰ ਦੇ ਦੋ ਜੀਆਂ ਦੇ ਵਿੱਚ ਇੱਕ ਖੁਸ਼ ਹੈ, ਉਹ ਮਖੌਲ ਕਰਦਾ ਹੈ, ਹੱਸਦਾ ਹੈ, ਖੇਡਦਾ ਹੈ। ਦੂਜਾ ਇੰਨੀ ਗੱਲ ਕਹਿ ਕੇ ਪਾਸੇ ਉੱਠ ਕੇ ਚਲਿਆ ਜਾਂਦਾ ਹੈ ਵੀ ਮੇਰਾ ਮੂਡ ਠੀਕ ਨਹੀਂ। ਹੁਣ ਉਹਨੂੰ ਉਹ ਪੁੱਛਣ ਦਾ ਯਤਨ ਕਰੇ ਵੀ ਤੂੰ ਬਿਮਾਰ ਹੈ, ਕੀ ਗੱਲ? ਉਹ ਕਹਿੰਦਾ ਬਿਮਾਰ ਵੀ ਨਹੀਂ ਹਾਂ, ਮੈਂ ਠੀਕ ਹਾਂ, ਕੋਈ ਐਸੀ ਗੱਲ ਨਹੀਂ, ਬਸ ਮੇਰਾ ਮੂਡ ਠੀਕ ਨਹੀਂ। ਦਰਅਸਲ ਇੱਕ ਦੀ ਖੁਸ਼ੀ ਉਹਦੇ ਆਪਣੇ ਮਨ ਦੇ ਸੰਸਾਰ ਮੁਤਾਬਕ ਹੈ ਤੇ ਦੂਜੇ ਦੀ ਉਦਾਸੀ ਵੀ ਉਹਦੇ ਆਪਣੇ ਮਨ ਦੇ ਸੰਸਾਰ ਮੁਤਾਬਕ ਹੈ। ਉਹ ਜਿਹੋ ਜਿਹਾ ਫੀਲ ਕਰ ਰਿਹਾ ਹੈ ਉਹ ਉਸ ਹਿਸਾਬ ਨਾਲ ਬਿਹੇਵ ਕਰ ਰਿਹਾ ਹੈ, ਜਿਹੜਾ ਜਿਹੋ ਜਿਹਾ ਅੰਦਰੋਂ ਖੁਸ਼ੀ ਮਹਿਸੂਸ ਕਰ ਰਿਹਾ ਹੈ ਉਹ ਉਸ ਹਿਸਾਬ ਨਾਲ ਉਛਲ ਰਿਹਾ ਹੈ। ਉਹਦੇ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਹੈ ਵੀ ਇਹ ਖੁਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸਾਡੇ ਜੀਵਨ ਦਾ ਸਮੁੱਚਾ ਜਿਹੜਾ ਤਾਣਾ ਬਾਣਾ ਹੈ, ਬਾਹਰ ਦੀਆਂ ਚੀਜ਼ਾਂ ਨੂੰ ਅਸੀਂ ਕਿਵੇਂ ਮਹਿਸੂਸ ਕਰਨਾ ਹੈ, ਉਹ ਸਾਡੇ ਮਨ ਦੇ ਖਿਆਲਾਂ ਦੇ ਉੱਤੇ ਡਿਪੈਂਡ ਕਰਦੀ ਹੈ, ਨਿਰਭਰ ਕਰਦੀ ਹੈ ਗੱਲ। ਸਾਹਿਬ ਸਤਿਗੁਰੂ ਮਹਾਰਾਜ ਨੇ ਸਾਨੂੰ ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਵੀ ਕੇਵਲ ਗੱਲਾਂ ਬਾਹਰ ਦੀਆਂ ਘਟਨਾਵਾਂ ਬਾਰੇ ਨਹੀਂ ਦੱਸਿਆ। ਸਤਿਗੁਰੂ ਨੇ ਇਹਨਾਂ ਘਟਨਾਵਾਂ ਨੂੰ ਵੇਖਣ ਤੇ ਜੀਵਨ ਨੂੰ ਆਨੰਦਦਾਇਕ ਜੀਣ ਵਾਸਤੇ ਜਿਹੜੀ ਬੇਸਿਕ ਲੋੜ ਹੈ, ਸਾਡੀ ਮੁੱਖ ਜ਼ਰੂਰਤ ਹੈ, ਸਾਡੀ ਮਨੋ ਅਵਸਥਾ 'ਚ ਵਿਗਾੜ ਕਿਵੇਂ ਆਉਂਦੇ ਨੇ ਤੇ ਇਸ ਵਿਗਾੜ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ, ਸਤਿਗੁਰੂ ਨੇ ਇਸ ਬਾਬਤ ਵੀ ਸਾਨੂੰ ਬਾਣੀ ਦੇ ਵਿੱਚ ਉਪਦੇਸ਼ ਦਿੱਤਾ ਹੈ, ਸਾਡੀ ਸਕੂਲਿੰਗ ਕੀਤੀ ਹੈ। ਜੇ ਮੈਂ ਪਹਿਲਾਂ ਬਿਨੈ ਕੀਤੀ ਸੀ ਵੀ ਅਸੀਂ ਗੁਰਬਾਣੀ ਨੂੰ ਮਨੋ ਅਵਸਥਾ ਨਾਲ ਜੋੜ ਕੇ ਅਜੇ ਬਹੁਤ ਘੱਟ ਵੇਖਣ ਦੀ ਕੋਸ਼ਿਸ਼ ਕੀਤੀ ਹੈ। ਸਾਰੀ ਦੀ ਸਾਰੀ ਸਮੁੱਚੀ ਖੇਡ ਸਾਡੇ ਮਨ ਵਿੱਚ ਹੀ ਵਾਪਰ ਰਹੀ ਹੈ, ਜਿੰਨੀ ਵੀ ਹੈ। ਸਤਿਗੁਰੂ ਜੇ ਅੰਮ੍ਰਿਤ ਦੀ ਗੱਲ ਕਰਨ ਤਾਂ ਵੀ ਕਹਿੰਦੇ ਨੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਦੇਹੀ ਦਾ ਮਤਲਬ ਹੈ ਤੇਰੇ ਜੀਵਨ ਵਿੱਚ ਭਰਿਆ ਪਿਆ। ਦੇਹੀ ਦਾ ਮਤਲਬ ਇੱਥੇ ਇਕੱਲਾ ਸਰੀਰ ਨਹੀਂ ਕਿ ਸਰੀਰ 'ਚ ਅੰਮ੍ਰਿਤ ਹੁੰਦਾ ਤੇ ਮੈਡੀਕਲ ਸਾਇੰਸ ਨਾਲ ਉਹਨੂੰ ਕੱਢ ਲਿਆ ਜਾਂਦਾ। ਜਿਸ ਅੰਮ੍ਰਿਤ ਦੀ ਦੱਸ ਸਤਿਗੁਰੂ ਪਾ ਰਹੇ ਉਹ ਕਿੱਥੇ ਹੈ? ਉਹ ਕਿੱਥੇ ਹੈ? ਉਹ ਸਾਡੇ ਮਨ ਅਵਸਥਾ ਵਿੱਚ ਟਿਕਿਆ ਹੋਇਆ, ਜਿਸ ਨੂੰ ਖੋਜਿਆ ਜਾਣਾ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਤੇ ਆਪ ਹੀ ਕਹਿ ਦਿੱਤਾ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਮਨ ਦੇ ਖਿਆਲਾਂ ਕਰਕੇ ਹੀ ਅਸੀਂ ਬੁਰੇ ਹਾਂ ਤੇ ਮਨ ਦੇ ਖਿਆਲਾਂ ਕਰਕੇ ਹੀ ਅਸੀਂ ਚੰਗੇ ਹਾਂ। ਸਤਿਗੁਰੂ ਨੇ ਇਸ ਬਾਬਤ ਵੀ ਬਾਣੀ ਦੇ ਵਿੱਚ ਕਿਹਾ, ਗੁਰ ਕੈ ਸ਼ਬਦ ਬਨਾਵੋ ਇਹ ਮਨ। ਗੁਰੂ ਉਪਦੇਸ਼ ਜਿਹੜਾ ਹੈ ਨਾ, ਉਸ ਨੂੰ ਅਸੀਂ ਸੁਣਨਾ, ਪੜ੍ਹਨਾ, ਗਾਉਣਾ, ਵਿਚਾਰਨਾ, ਕਥਨਾ, ਉਸ ਨੂੰ ਆਪਣੇ ਮਨ ਨੂੰ ਸਮਝਾਉਣ ਵਾਸਤੇ, ਆਪਣੇ ਮਨ ਦੀਆਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ, ਤਾਂ ਕਿ ਸਾਡੇ ਮਨ ਦੀ ਅਵਸਥਾ ਨਵੇਂ ਸਿਰਿਓਂ ਘੜੀ ਜਾਏ, ਮਨ ਦੀ ਘਾੜਤ ਘੜੀ ਜਾਏ, ਅਸੀਂ ਉਸ ਤਰ੍ਹਾਂ ਦਾ ਜੀਵਨ ਅਪਣਾ ਸਕੀਏ ਜਿਸ ਦੀ ਸੂਝ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਦੇ ਰਹੇ। ਜਦੋਂ ਅਸੀਂ ਉਸ ਸੂਝ ਨਾਲ ਜੁੜ ਜਾਂਦੇ ਹਾਂ, ਉਸ ਪੋਜ਼ਿਟਿਵਿਟੀ ਨਾਲ ਜੁੜ ਜਾਂਦੇ ਹਾਂ ਜਿਹੜੀ ਸਤਿਗੁਰੂ ਸਾਨੂੰ ਆਪਣੇ ਉਪਦੇਸ਼ ਤੇ ਗਿਆਨ ਰਾਹੀਂ ਬਖਸ਼ਦੇ ਨੇ, ਉੱਚੀ ਸੁਰਤ ਜਿਹਨੂੰ ਕਿਹਾ। ਉੱਚੀ ਸੁਰਤ ਕੀ ਹੈ? ਜਦੋਂ ਸਾਡੇ ਖਿਆਲ ਪਵਿੱਤਰ ਹੋ ਜਾਣ, ਮੈਲ ਤੋਂ ਰਹਿਤ ਹੋ ਜਾਣ, ਸਾਡਾ ਆਦਰਸ਼ ਉੱਚਾ ਹੋ ਜਾਂਦਾ ਹੈ, ਸਾਡੀ ਜ਼ਿੰਦਗੀ ਦਾ ਮਿਆਰ ਉੱਚਾ ਜਿਸ ਵੇਲੇ ਹੋ ਜਾਂਦਾ, ਉਹਨੂੰ ਆਪਾਂ ਕਹਿੰਦੇ ਉੱਚੀ ਸੁਰਤ ਹੈ, ਬੜੀ ਉੱਚੀ ਸੁਰਤ ਹੈ। ਸਾਹਿਬ ਸਤਿਗੁਰੂ ਮਹਾਰਾਜ ਨੇ ਉਸ ਅਵਸਥਾ ਨੂੰ ਸਭ ਤੋਂ ਅਨੁਭਵੀ, ਆਨੰਦਦਾਇਕ ਮਨੋਵਸਥਾ ਆਖਿਆ। ਉੱਥੇ ਸਤਿਗੁਰੂ ਨੇ ਕਿਹਾ ਵੀ ਦੁੱਖ ਹੈ ਤੇ ਦੁੱਖ ਵਿੱਚ ਵੀ ਚੜ੍ਹਦੀ ਕਲਾ 'ਚ ਹੈ, ਖੁਸ਼ੀ ਹੈ ਤੇ ਖੁਸ਼ੀ ਦਾ, ਸੁੱਖ ਦਾ ਹੰਕਾਰ ਕੋਈ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਭੈ ਕੀ? ਉਹ ਸਾਡੇ ਅੰਦਰ ਖਿਆਲ ਹੀ ਹੁੰਦਾ ਜਿਹੜਾ
ਕਿਸੇ ਵੇਲੇ ਵੀ ਸਾਡੇ ਅੰਦਰ ਝਰਨਾਹਟ ਛੇੜ ਜਾਂਦਾ ਹੈ। ਸੇਫ ਥਾਂ ਤੇ ਬੈਠਿਆਂ ਹੋਇਆਂ ਵੀ ਉਹ ਸਾਡੇ ਅੰਦਰ ਹੀ ਹੁੰਦਾ ਡਰ, ਉਹ ਖੌਫ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਜੇ ਤੇਰੇ ਮਨ ਦੀ ਘਾੜਤੀ ਦੁਬਾਰਾ ਨਵੇਂ ਸਿਰਿਓਂ ਘੜੀ ਜਾਏ ਤੇ ਤੂੰ ਜ਼ਰਾ ਸੋਚ ਕੇ ਵੇਖ, ਉਹ ਘਾੜਤ ਜਿੱਥੇ ਅਣਚਾਹੇ ਡਰ ਨਹੀਂ ਹੋਣਗੇ, ਜਿੱਥੇ ਸੁੱਖ ਦਾ ਹੰਕਾਰ ਨਹੀਂ ਹੋਏਗਾ, ਸੁੱਖ ਦੀ ਹੱਦ ਦਾ ਪਤਾ ਹੋਏਗਾ ਵੀ ਚੀਜ਼ਾਂ ਆਉਂਦੀਆਂ ਨੇ ਤੇ ਚਲੀਆਂ ਜਾਂਦੀਆਂ ਨੇ, ਜਿੱਥੇ ਦੁੱਖ, ਦੁੱਖ ਵਿੱਚ ਸੁੱਖ ਮਨਾਈ, ਇਹ ਮਿਆਰ ਤੇਰੇ ਮਨ ਦਾ ਸਿਰਜਿਆ ਜਾਏਗਾ। ਉੱਥੇ ਤੂੰ ਸੋਚ ਕੇ ਵੇਖ ਵੀ ਜੇ ਮਨ ਇਹੋ ਜਿਹਾ ਹੋਏਗਾ ਤੇ ਤੇਰਾ ਵਿਹਾਰ ਕਿਹੋ ਜਿਹਾ ਹੋਏਗਾ, ਤੇਰੇ ਜੀਵਨ ਦਾ ਵਿਹਾਰ ਕਿਹੋ ਜਿਹਾ ਬਣ, ਤੇਰਾ ਕਰਮ ਕਿੰਨਾ ਉੱਚਾ ਹੋ ਜਾਏਗਾ, ਅਮਲ ਕਿੰਨਾ ਉੱਚਾ ਹੋ ਜਾਏਗਾ। ਇਸ ਲਈ ਆਪਾਂ ਵੇਖਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿੱਚ ਨਾ ਬਹੁਤਾਤ ਵਾਰ ਸਤਿਗੁਰੂ ਨੇ ਮਨ ਨੂੰ ਸੰਬੋਧਨ ਕਰਕੇ ਹੀ ਬਚਨ ਤੇ ਉਪਦੇਸ਼ ਦਿੱਤੇ ਨੇ। ਹੁਣ ਜਿਹੜੀ ਹਾਲਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਆਨ ਕੀਤੀ ਹੈ ਉਹ ਇਹ ਹੈ ਵੀ ਮਨ ਆਪਣੇ ਬਜਵੇਂ ਸੁਭਾਅ ਦੇ ਮੁਤਾਬਕ ਚੱਲਦਾ, ਜਿਹੜੇ ਸੰਸਕਾਰ ਬਣ ਜਾਂਦੇ ਨੇ। ਇਸ ਨੁਕਤੇ ਨੂੰ ਸਮਝਣਾ, ਜਿਹੜਾ ਖਿਆਲ ਸਾਡੇ ਮਨ ਵਿੱਚ ਆ ਗਿਆ ਉਹਨੂੰ ਜੇ ਰਿਪੀਟ ਹੁੰਦਾ ਰਹੇ, ਅਸੀਂ ਉਸ ਖਿਆਲ ਨਾਲ ਬੱਝ ਕੇ ਜੁੜ ਕੇ ਤੁਰੇ ਰਹੀਏ, ਉਹ ਪੱਕਦਾ ਜਾਂਦਾ ਹੈ ਸਾਡੇ ਅੰਦਰ। ਉਹ ਹੌਲੀ 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 ਸਾਡਾ ਸੁਭਾਅ ਬਣ ਜਾਂਦਾ ਹੈ, ਸਾਡੀ ਆਦਤ ਬਣ ਜਾਂਦਾ ਹੈ। ਅਤੇ ਉਹ ਚੀਜ਼ ਜਿੰਨੀ ਪੱਕਦੀ ਜਾਏਗੀ, ਜਿੰਨੀ ਪ੍ਰੈਕਟਿਸ ਵਿੱਚ ਉਹ ਖਿਆਲ ਆਉਂਦਾ ਜਾਏਗਾ, ਉਹ ਸਾਡਾ ਸੰਸਕਾਰ ਬਣ ਜਾਏਗਾ। ਸਾਡੀ ਬਣਤਰ, ਜਿਹਨੂੰ ਆਪਾਂ ਕਹਿ ਸਕਦੇ ਵੀ ਸਾਡੀ ਬਣਤਰ ਹੀ ਉਹੋ ਜਿਹੀ ਬਣ ਜਾਂਦੀ ਹੈ। ਹੁਣ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਤੋੜਨਾ ਓਨਾ ਹੀ ਔਖਾ ਹੈ ਜਿੰਨੀ ਉਹ ਪੱਕਦੀ ਜਾਏਗੀ, ਜਿੰਨੀ ਉਹ ਪੱਕੀ ਹੋ ਜਾਏ, ਮਜ਼ਬੂਤ ਹੁੰਦੀ ਜਾਏਗੀ, ਓਨਾ ਹੀ ਉਹਨੂੰ ਤੋੜਨਾ ਔਖਾ ਹੋ ਜਾਏਗਾ। ਕੁਝ ਆਦਤਾਂ ਨੇ ਬੜੀ ਛੇਤੀ ਬਦਲ ਜਾਂਦੀਆਂ ਨੇ, ਕੁਝ ਦੇ ਉੱਤੇ ਜ਼ਿੰਦਗੀ ਵੀ ਲੱਗ ਜਾਂਦੀ ਹੈ ਸਾਰੀ ਦੀ ਸਾਰੀ। ਇਹ ਡਿਪੈਂਡ ਕਰਦਾ ਹੈ ਵੀ ਬੰਦਾ ਕਿੰਨਾ ਕੁ ਕਮਿਟਡ ਹੋ ਕੇ, ਕਿੰਨੀ ਕੁ ਘਾਲਣਾ ਘਾਲਦਾ ਹੈ, ਕਿੰਨਾ ਕੁ ਸਟਰਗਲ ਕਰਦਾ ਹੈ, ਕਿੰਨਾ ਕੁ ਆਪਣੇ ਆਪ ਦੇ ਪ੍ਰਤੀ ਅਵੇਅਰ ਹੈ ਅਤੇ ਕਿੰਨੀ ਕੁ ਕੋਸ਼ਿਸ਼ ਵਿੱਚ ਲੱਗਾ ਹੋਇਆ। ਮੈਂ ਜਦੋਂ ਇਹ ਬਚਨ ਪੜ੍ਹਦਾ ਸਤਿਗੁਰੂ ਮਹਾਰਾਜ ਦੇ, ਤੇ ਵਾਕ ਸਾਹਮਣੇ ਆਉਂਦੇ ਨੇ ਗੁਰੂ ਪਾਤਸ਼ਾਹ ਦੇ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਜਾਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ। ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਨਾ, ਆਖਦੇ ਨੇ ਪਰਮੇਸ਼ਰ ਸਮੁੰਦਰ ਹੈ, ਉਹਦੇ ਗੁਣ ਜਿਹੜੇ ਨੇ ਉਹ ਬੜੇ ਵਿਸ਼ਾਲ ਨੇ, ਬੜੇ ਵੱਡੇ ਨੇ, ਪਰ ਖਾਰਾਪਨ ਕੀ ਹੈ ਵੀ ਇਹਨਾਂ ਸਹਿਲਾ ਥੋੜ੍ਹੀ ਹੈ ਵੀ ਗੁਣ ਬੰਦਾ ਸੁਣ ਲਈਏ ਚੰਗੀ ਗੱਲ, ਪੜ੍ਹ ਲਈਏ ਚੰਗੀ ਗੱਲ, ਖਿਆਲ ਆ ਗਿਆ ਚੰਗਾ ਤੇ ਇੰਪਲੀਮੈਂਟ ਵੀ ਹੋ ਜਾਏ। ਏਡੀ ਛੇਤੀ ਥੋੜ੍ਹਾ ਹੋਏਗਾ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਨਾ, ਵੇਖੋ ਇਹ ਬੰਦਾ ਬਾਣੀ ਪੜ੍ਹਦਾ ਹੈ, ਇਹਨੂੰ ਭੋਰਾ ਫਰਕ ਨਹੀਂ ਪੈਂਦਾ, ਵੇਖੋ ਇਹ ਸੇਵਾ ਕਰਦਾ ਹੈ, ਜ਼ਰਾ ਜਿੰਨਾ ਇਹਦੇ ਜੀਵਨ 'ਚ ਕੋਈ ਫਰਕ, ਏਡੀ ਛੇਤੀ ਕਿਵੇਂ ਪੈ ਜਾਏ। ਜੇ ਉਹ ਬਾਣੀ ਪੜ੍ਹ ਰਿਹਾ ਹੈ, ਬਾਣੀ ਸੁਣ ਰਿਹਾ ਹੈ, ਸੇਵਾ ਕਰ ਰਿਹਾ ਹੈ, ਤਾਂ ਇਹ ਵੀ ਵੇਖਣਾ ਹੈ ਵੀ ਉਹ ਇਹ ਸਾਰੇ ਕੁਝ ਦਾ ਕੁਝ ਅਸਰ ਆਪਣੇ ਮਨ ਨੂੰ ਦੇਣ ਲਈ ਆਪਣੇ ਆਪ ਨਾਲ ਵੀ ਲੜ ਰਿਹਾ ਕਿ ਸਾਰਾ ਕੁਝ ਫਿਜ਼ੀਕਲੀ ਸਰੀਰਕ ਰੂਪ 'ਚ ਹੀ ਕਰ ਰਿਹਾ। ਇਹ ਵੀ ਤਾਂ ਵੇਖਣਾ ਪਏਗਾ ਨਾ। ਉੱਥੇ ਵੀ ਅਸੀਂ ਕਈ ਵਾਰ ਅਣਜਾਣੇ ਵਿੱਚ, ਵੇਖੋ ਜੀ ਇਹਨੂੰ ਤਾਂ ਬਾਣੀ ਦਾ ਪਤਾ ਹੈ, ਫਿਰ ਵੀ ਇਹ ਆਪਣਾ ਇਹ ਸੁਭਾਅ ਨਹੀਂ ਛੱਡਦਾ। ਇਹਦਾ ਬਾਣੀ ਨੇ ਕੀ ਫਾਇਦਾ ਕੀਤਾ? ਅਸੀਂ ਉਲਟੇ ਰੁਖ ਟਾਰਗੇਟ ਕਰਨ ਲੱਗ ਜਾਂਦੇ ਵੀ ਗੁਰੂ ਦੀ ਬਾਣੀ ਨੇ ਇਹਨੂੰ ਕੋਈ ਫਰਕ ਨਹੀਂ ਪੈਣ ਦਿੱਤਾ, ਗੁਰੂ ਨੇ ਇਹਦਾ ਕੀ ਕਰ ਲਿਆ। ਨਹੀਂ, ਉੱਥੇ ਦੋ ਪੱਖ ਸਮਝੋ ਕਿ ਉਹ ਸਤਿਗੁਰੂ ਦੀ ਬਾਣੀ ਨੂੰ ਉਸ ਪੱਧਰ ਦੇ ਉੱਤੇ ਜਾਣ ਵੀ ਰਿਹਾ, ਕਮਾ ਵੀ ਰਿਹਾ, ਹੰਢਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਕਿ ਸਾਰਾ ਕੁਝ ਸਰੀਰਕ ਹੀ ਕਰ ਰਿਹਾ। ਇਹ ਵੀ ਤੇ ਕਈ ਪੱਖ ਵੇਖਣੇ ਪੈਣਗੇ ਨਾ। ਪਰ ਕਿਉਂਕਿ ਸਾਨੂੰ ਦਲੀਲ ਚਾਹੀਦੀ ਹੁੰਦੀ ਹੈ ਵੀ ਅਸੀਂ ਨਾ ਕਰੀਏ, ਇਸ ਕਰਕੇ ਦਲੀਲ ਕਿਹੜੇ, ਕਈ ਵਾਰ ਐਸਾ ਵੀ ਵਾਪਰਦਾ, ਤੁਸੀਂ ਵੇਖਿਓ ਸਮਾਜ 'ਚ, ਜਿਹੜੇ ਬੰਦੇ ਨੂੰ ਕਹੋ ਨਾ, ਆਮ ਉਦਾਹਰਣ ਹੈ ਸਾਡੀ, ਪਾਠ ਕਰ ਲਿਆ ਕਰੋ, ਉਹ ਕਹਿਣਗੇ ਫਲਾਣੇ ਨੇ ਕਰਕੇ ਕੀ ਕਰ ਲਿਆ। ਅੱਛਾ, ਉਹ ਜਿੰਨੀਆਂ ਉਦਾਹਰਨਾਂ ਦੇਣਗੇ ਫੇਲ ਹੋਏ ਬੰਦਿਆਂ ਦੀਆਂ ਹੀ ਦੇਣਗੇ। ਉਹਨਾਂ ਨੂੰ ਕਹੋ ਵੀ ਖੰਡੇ ਕੀ ਪੌਲ ਛਕ ਲਓ, ਉਹ ਕਹਿੰਦੇ ਫਲਾਣੇ ਨੇ ਛਕੀ, ਉਹ ਤਾਂ ਝੂਠ ਬੋਲਣੋਂ ਹਟਿਆ ਨਹੀਂ। ਫਲਾਣੇ ਨੇ ਅੰਮ੍ਰਿਤ ਛਕਿਆ, ਉਹ ਵੇਖੋ ਐਂ ਕਰਦਾ ਹੈ। ਜਿੰਨੇ ਬੰਦਿਆਂ ਦੀਆਂ ਉਦਾਹਰਨਾਂ ਸਭ ਫੇਲ ਹੋ ਜਾਂਦੀਆਂ। ਕਾਰਨ ਉਹ ਦਲੀਲ ਇਹ ਸੀ ਕਿਉਂ ਚੁਣਦੇ ਨੇ,
ਉਹ ਇਸ ਕਰਕੇ ਵੀ ਸਾਨੂੰ ਕੋਈ ਨਾ ਆਖੇ ਵੀ ਤੁਸੀਂ ਆਹ ਕੰਮ ਕਰੋ। ਤੇ ਆਮ ਜ਼ਿੰਦਗੀ 'ਚ ਜਦੋਂ ਜੀਣਾ ਤੇ ਪਾਸ ਹੋਏ ਬੰਦਿਆਂ ਦੀਆਂ ਉਦਾਹਰਨ, ਆਪਣੇ ਬੱਚੇ ਨੂੰ ਜਦੋਂ ਕਹਿਣਗੇ ਨਾ ਵੀ ਡਾਕਟਰ ਬਣ, ਉਦੋਂ ਸਾਰੇ ਦੁਨੀਆ ਦੇ ਚੰਗੇ ਡਾਕਟਰਾਂ ਦੀਆਂ ਉਦਾਹਰਨਾਂ ਦੇਣਗੇ। ਰਿਸ਼ਤੇਦਾਰਾਂ 'ਚੋਂ ਪੜ੍ਹੇ ਲਿਖੇ ਬੱਚਿਆਂ ਦੀਆਂ ਉਦਾਹਰਨਾਂ, ਕਦੀ ਫੇਲ ਹੋਏ ਬੱਚੇ ਦੀ ਉਦਾਹਰਨ ਦਿੰਦੇ ਹੋ? ਕਦੀ ਇਹ ਦਲੀਲ ਸੋਚ ਕੇ ਵੀ ਫਲਾਨਾ ਵੀ ਫੇਰ ਪੜ੍ਹਦਾ ਰਿਹਾ ਪਰ ਨਹੀਂ ਪੜ੍ਹ ਸਕਿਆ, ਕਦੀ ਬੱਚੇ ਨੂੰ ਕਹਿ ਵੀ ਪੁੱਤ ਛੱਡ ਪਰੇ, ਫਲਾਨਾ ਕਿਹੜਾ ਪੜ੍ਹਿਆ ਹੈ, ਕਦੀ ਫਲਾਣੇ ਨੇ ਕਿਹੜਾ ਇੰਨੀ ਤਰੱਕੀ ਕੀਤੀ ਹੈ, ਛੱਡ ਪਰੇ, ਤੂੰ ਕਾਹਨੂੰ ਐਵੇਂ ਕੋਸ਼ਿਸ਼ ਕਰਦਾ, ਤੂੰ ਕਿਹੜਾ ਪਾਸ ਹੋਣਾ ਹੈ। ਨਹੀਂ, ਜੇ ਸੱਚਮੁੱਚ ਉੱਚਾ ਜੀਵਨ ਜਿਉਣ ਦੀ ਚਾਹਨਾ ਹੋਵੇ ਤੇ ਚੰਗਾ ਕਰਮ ਕਰਨ ਦੀ ਇੱਛਾ ਹੋਵੇ, ਫਿਰ ਫੇਲ ਹੋਏ ਬੰਦੇ ਦੀ ਕਦੇ ਉਦਾਹਰਣ ਨਹੀਂ ਲਈ ਜਾਂਦੀ, ਐਗਜ਼ੈਂਪਲ ਨਹੀਂ ਲਈ ਜਾਂਦੀ। ਜੇ ਇੱਛਾ ਹੋਵੇ ਵੀ ਮੈਂ ਵੀ ਕਿਸੇ ਤਣ ਪਤਨ ਲੱਗਣਾ ਹੈ। ਕਮਾਲ ਇਹ ਹੈ ਵੀ ਸਾਨੂੰ ਖੰਡੇ ਕੀ ਪਹੁਲ ਦੀ ਗੱਲ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਚੇਤੇ ਹੀ ਨਹੀਂ ਆਉਂਦੇ, ਫੇਲ ਹੋਏ ਬੰਦੇ ਚੇਤੇ ਆਉਂਦੇ। ਬਾਣੀ ਪੜ੍ਹਨ ਵੇਲੇ ਸਾਨੂੰ ਜਿਹਦੀ ਬਾਣੀ ਪੜ੍ਹਦੀ ਉਹ ਤੇ ਚੇਤੇ ਹੀ ਨਹੀਂ ਆਉਂਦੇ। ਜਿਨ੍ਹਾਂ ਮੇਰੇ ਵਰਗਿਆਂ ਨੇ ਅਸਰ ਨਹੀਂ ਕਬੂਲ ਕੀਤਾ ਉਹ ਚੇਤੇ ਆਉਂਦੇ। ਕਿਉਂ? ਅਸੀਂ ਆਪਣੇ ਹੰਕਾਰ ਨੂੰ ਪ੍ਰੋਟੈਕਟ ਕਰਨ ਲਈ ਇਹ ਦਲੀਲ ਸਿਰਜੀ ਹੁੰਦੀ ਹੈ ਕਿ ਤੁਸੀਂ ਅਗਲੇ ਦੇ ਸਾਹਮਣੇ ਦਲੀਲਾਂ ਹੀ ਇਹੋ ਜਿਹੀਆਂ ਰੱਖੋ, ਫਲਾਨਾ ਵੀ ਫੇਲ, ਫਲਾਨਾ ਵੀ ਫੇਲ, ਫਲਾਨਾ ਵੀ, ਇਹ ਗਾਂ ਤੋਂ ਮੈਨੂੰ ਆਖੀ ਨਾ ਵੀ ਤੂੰ ਇਹ ਕੰਮ ਕਰ। ਇਹ ਸਾਡੇ ਅੰਦਰ ਦੀ, ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਦਿਲਚਸਪੀ ਦੀ ਘਾਟ ਕਹਿ ਲਓ, ਬਹਾਨੇਬਾਜ਼ੀ ਕਹਿ ਲਓ, ਜਾਂ ਚਤੁਰਾਈ ਕਹਿ ਲਓ। ਇਹ ਬੌਧਿਕ ਚਤੁਰਾਈ ਹੈ, ਹੋਰ ਕੁਝ ਨਹੀਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਮਨ ਦੇ ਇਸ ਸੁਭਾਅ ਨੂੰ ਇਵੇਂ ਟਾਰਗੇਟ ਕੀਤਾ। ਕਹਿੰਦੇ ਮੈਂ ਜਿਸ ਵੇਲੇ ਆਪਣੇ ਮਨ ਨੂੰ ਸਮਝਾਉਣ, ਮਨ ਦੇ ਉੱਤੇ ਜ਼ਰਾ ਜਿੰਨਾ ਅਸਰ ਨਹੀਂ ਹੁੰਦਾ, ਕਿਉਂਕਿ ਮਨ ਦੇ ਸੰਸਕਾਰ ਜਿਹੜੇ ਨੇ ਉਹ ਪੱਕ ਗਏ ਨੇ। ਜਿਹੜੀ ਚੀਜ਼ ਮਨ ਨੇ 20 ਸਾਲ ਹੰਢਾਈ, 30 ਸਾਲ ਜਿਹੜਾ ਖਿਆਲ ਮੇਰਾ ਸਾਥੀ ਰਿਹਾ, ਇੱਕ ਪਲ 'ਚ ਥੋੜ੍ਹੀ ਛੁੱਟੇਗਾ। ਪਹਿਲੀ ਸਿੱਖਿਆ ਨਾਲ ਹੀ ਛੁੱਟ ਜਾਏ ਜਾਂ ਪਹਿਲੇ ਉਪਦੇਸ਼ ਨਾਲ ਹੀ ਗੱਲ ਬਣ ਜਾਏ, ਨਹੀਂ ਹੋ ਸਕਦਾ। ਉਹਦੇ 'ਤੇ ਮੈਨੂੰ ਵਕਤ ਲਾਉਣਾ ਪਏ। ਫਿਰ ਮੈਂ ਸੁਣਾ ਕਿਸ ਲਹਿਜੇ 'ਚ ਰਿਹਾ, ਸੁਣ ਕਿਵੇਂ ਰਿਹਾ, ਪੜ੍ਹ ਕਿਵੇਂ ਰਿਹਾ, ਉਹਨੂੰ ਗ੍ਰਹਿਣ ਕਿਸ ਪੱਧਰ 'ਤੇ ਕਰ ਰਿਹਾ, ਇਹ ਵੀ ਮੈਨੂੰ ਆਪਣੇ ਆਪ ਨੂੰ ਵੇਖਣਾ ਪਏਗਾ। ਬਹੁਤ ਸਾਰੀਆਂ ਗੁਰੂ ਕਾਲ ਦੀਆਂ ਐਸੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਨੇ ਜਿੱਥੇ ਕਿਸੇ ਨੇ ਸਤਿਗੁਰੂ ਦਾ ਉਪਦੇਸ਼ ਪਹਿਲੀ ਵਾਰ ਸੁਣਿਆ ਤੇ ਉਹਦੇ ਉੱਚੇ ਜੀਵਨ ਦਾ ਸਵਰ ਜਾਣਾ ਜਿਹੜਾ ਹੈ, ਉਹ ਸਾਨੂੰ ਇਤਿਹਾਸ ਦੱਸਦਾ ਵੀ ਉਹਦਾ ਜੀਵਨ ਬਦਲ ਗਿਆ। ਕਿਸੇ ਨੂੰ ਵਕਤ ਵੀ ਲੱਗਿਆ। ਇਹ ਉਸ ਹਿਸਾਬ ਨਾਲ ਹੈ ਵੀ ਜੇ ਬੰਦੇ ਦੇ ਮਨ ਦੀ ਅਵਸਥਾ ਕਿਸ ਪੱਧਰ ਦੇ ਉੱਤੇ ਖੜੀ, ਸਾਰਿਆਂ ਨੂੰ ਅਸੀਂ ਇੱਕੇ ਤੱਕੜੀ 'ਚ ਨਹੀਂ ਤੋਲ ਸਕਦੇ। ਇੱਕੇ ਤੱਕੜੀ 'ਚ ਜਿੰਨਾ ਜਿਸ ਅੰਦਰ ਜਿਹੋ ਜਿਹਾ ਰੋਗ ਹੈ ਉਹਦੇ ਉੱਤੇ ਉਹ ਇਫੈਕਟ ਕਰਦਿਆਂ ਵਕਤ ਵੀ ਓਨਾ ਲੱਗਦਾ ਹੈ। ਤੇ ਫਿਰ ਉਹ ਬੰਦਾ ਖੁਦ ਆਪਣੇ ਮਨ ਪ੍ਰਤੀ ਸੁਚੇਤ ਕਿੰਨਾ ਹੈ, ਕਿੰਨਾ ਗ੍ਰਹਿਣ ਕਰਦਾ ਹੈ, ਕਿੰਨਾ ਅਭਿਆਸ ਕਰਦਾ ਹੈ, ਕਿੰਨੀ ਪ੍ਰੈਕਟਿਸ ਵਿੱਚ ਲਿਆਉਂਦਾ ਉਸ ਗੱਲ ਨੂੰ। ਇਹ ਸਾਰਾ ਕੁਝ ਕੁਝ ਡਿਪੈਂਡ ਕਰਦਾ ਇਹਨਾਂ ਗੱਲਾਂ ਦੇ ਉੱਤੇ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਡਰੈ। ਬੜੀ ਸਿੱਖਿਆ, ਬੜਾ ਉਪਦੇਸ਼ ਵੀ ਮੈਂ ਦੇਣ ਦਾ ਯਤਨ ਕਰਦਾ, ਪਰ ਭੈੜੀ ਮੱਤ ਤੋਂ ਮਨ ਟਲਦਾ ਨਹੀਂ। ਜਦੋਂ ਇਹਦੇ ਸੰਸਕਾਰ ਪੱਕੇ ਹੁੰਦੇ ਨੇ ਤਾਂ ਇਹਦੇ ਉੱਤੇ ਕਈ ਵਾਰ ਲੰਮਾ ਸਮਾਂ ਚੰਗੀਆਂ ਸਿੱਖਿਆਵਾਂ, ਚੰਗੇ ਉਪਦੇਸ਼ ਅਸਰ ਨਹੀਂ ਕਰਦੇ। ਸਾਹਿਬ ਸਤਿਗੁਰੂ ਮਹਾਰਾਜ ਮਨ ਦੀ ਇਸ ਪੱਕੀ ਅਵਸਥਾ ਬਾਬਤ ਅੱਗੇ ਕਹਿੰਦੇ ਨੇ ਮਦ ਮਾਇਆ ਕੈ ਭਇਓ ਬਾਬਰੋ। ਉਸ ਵੇਲੇ ਦੀ ਹਾਲਤ ਕੀ ਹੁੰਦੀ ਹੈ ਮਨ ਦੀ? ਮਦ ਕਹਿੰਦੇ ਨੇ ਨਸ਼ੇ ਨੂੰ। ਹੁਣ ਨਸ਼ਾ ਬੰਦਾ ਜਿਸ ਵੇਲੇ ਡਰੱਗ ਲੈਂਦਾ ਹੈ ਤੇ ਉਹਦਾ ਦਿਮਾਗ ਜਿਹੜਾ ਨਰਵਸ ਹੋ ਜਾਂਦਾ। ਉਹ ਤੰਤੂ ਜਿਹੜੇ ਸੋਚਣ ਵਾਲੇ ਨੇ, ਤੁਸੀਂ ਕਈ ਬੰਦਿਆਂ ਨੂੰ ਵੇਖਿਆ ਹੋਏਗਾ, ਉਹ ਬੋਲਣਗੇ ਨਹੀਂ ਕਦੇ ਵੀ, ਤੇ ਜੇ ਉਹ ਨਸ਼ਾ ਕਰ ਲੈਣ ਫਿਰ ਉਹ ਚੁੱਪ ਨਹੀਂ ਕਰਨਗੇ, ਜਾਂ ਫਿਰ ਉਹ ਬੜੀਆਂ ਗਿਆਨ ਦੀਆਂ ਗੱਲਾਂ ਕਰਨਗੇ। ਉਂਝ ਨਹੀਂ ਲੱਗਣਗੇ ਵੀ ਇਹਨਾਂ ਨੂੰ ਕੁਝ ਪਤਾ ਹੈ। ਫਿਰ ਉਹ ਜੋ ਉਹਨਾਂ ਨੇ ਪੜ੍ਹਿਆ ਹੁੰਦਾ ਹੈ, ਜੋ ਚੰਗਾ ਸੁਣਿਆ ਹੁੰਦਾ ਹੈ, ਜੋ ਕਦੀ ਸੋਚਿਆ, ਸਾਰੀਆਂ ਫਿਰ ਉਹਨਾਂ ਲਾਗੇ ਕੋਈ ਬਹਿ ਜਾਏ ਸਹੀ ਸਰੋਤਾ ਬਣ ਕੇ, ਫਿਰ ਉਹ ਤਾਂ ਮਹਾਤਮਾ ਬਣ ਜਾਂਦੇ ਨੇ। ਇੰਨੀਆਂ ਸਿਆਣੀਆਂ ਗੱਲਾਂ, ਕਈ ਬੰਦੇ ਧਰਮ ਗ੍ਰੰਥਾਂ ਦੀਆਂ ਗੱਲਾਂ ਬਹੁਤ ਕਰਦੇ ਨੇ ਸ਼ਰਾਬ ਪੀ ਕੇ। ਚੀਜ਼ ਉਹਨਾਂ ਦੇ ਅੰਦਰ ਪਈ ਹੈ, ਆਮ ਵਿਹਾਰ 'ਚ ਉਹ ਝਿਜਕਦੇ ਨੇ, ਡਰਦੇ ਨੇ, ਗੱਲ ਨਹੀਂ ਕਰਦੇ, ਜਾਂ ਉਸ ਚੀਜ਼ ਨੂੰ ਚੰਗਾ ਨਹੀਂ ਸਮਝਦੇ, ਕੁਝ ਵੀ ਕਹਿ ਲਓ। ਪਰ ਉਸ ਵੇਲੇ ਸਿਚੁਏਸ਼ਨ ਅਨਕੰਟਰੋਲ ਹੈ, ਉਹਨਾਂ ਨੂੰ ਲੱਗਦਾ ਹੈ
ਮੈਨੂੰ ਜੋ ਪਤਾ ਮੈਂ ਦੱਸਾਂ। ਜੋ ਉਹਨਾਂ ਦੇ ਅੰਦਰ ਹੁੰਦਾ ਫਿਰ ਉਹ ਆਟੋਮੈਟਿਕਲੀ ਦੂਸਰੇ ਦੇ ਨਾਲ ਸ਼ੇਅਰ ਕਰਦੇ ਨੇ। ਕੁਝ ਲੋਕਾਂ ਦੇ ਅੰਦਰ ਡਰ ਹੁੰਦਾ, ਉਸ ਵੇਲੇ ਡਰਦੇ ਨੇ। ਕੁਝ ਲੋਕਾਂ ਦੇ ਅੰਦਰ ਕ੍ਰੋਧ ਹੁੰਦਾ ਹੈ, ਉਹ ਉਸ ਵੇਲੇ ਜਦੋਂ ਅਨਕੰਟਰੋਲ, ਜਦੋਂ ਸੋਚਣ ਦੀ ਸ਼ਕਤੀ ਜਿਹੜੀ ਉਹਨਾਂ ਦੀ ਖੀਣ ਹੁੰਦੀ ਹੈ ਨਾ, ਫਿਰ ਜੋ ਹੁੰਦਾ ਆਟੋਮੈਟਿਕਲੀ ਬਾਹਰ ਆ ਜਾਂਦਾ। ਹਰ ਬੰਦੇ ਦੀ ਵੱਖਰੀ ਵੱਖਰੀ ਸਿਚੁਏਸ਼ਨ ਹੋਏਗੀ, ਤੁਸੀਂ ਵੇਖਿਓ। ਉਹਦਾ ਕਾਰਨ ਕੀ ਹੈ? ਵੀ ਸੋਚਣ ਸ਼ਕਤੀ ਦੇ ਉੱਤੇ ਕੰਟਰੋਲ ਨਹੀਂ ਰਿਹਾ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਉਸ ਵੇਲੇ ਫਿਰ ਉਹਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ। ਉਹ ਜਿਹੜੀ ਸਥਿਤੀ ਉਹਨਾਂ ਦੀ ਉਸ ਵੇਲੇ ਦਿਮਾਗੀ ਹਾਲਤ ਹੈ ਜਿਹੜੀ ਉਹਨਾਂ ਦੀ, ਉਹ ਇੱਕ ਜਕੜ ਵਿੱਚ ਹੈ। ਉਹਨਾਂ ਨੂੰ ਆਲੇ ਦੁਆਲੇ ਦਾ ਕੁਝ ਨਹੀਂ, ਜੋ ਉਹਨਾਂ ਦੇ ਅੰਦਰ ਹੈ ਫਿਰ ਉਹਦੇ ਹਿਸਾਬ ਨਾਲ ਸਿੱਧਾ ਚੱਲਦੇ ਨੇ। ਕਿਸੇ ਦਾ ਸੁਣਨਾ, ਕਿਸੇ ਦਾ ਕਹਿਣਾ, ਬਾਹਰ ਕੀ ਹੋ ਰਿਹਾ, ਕੁਝ ਹੋ ਰਿਹਾ, ਕੋਈ ਗੱਲਾਂ ਦਾ ਮਤਲਬ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਵੇਲੇ ਮਨ ਨੂੰ ਮਾਇਆ ਦਾ ਨਸ਼ਾ ਚੜ੍ਹਦਾ ਹੈ। ਮਾਇਆ ਦਾ ਨਸ਼ਾ ਚੜ੍ਹਨਾ ਕੀ ਹੈ? ਲੋਭ ਦਾ ਖੁਮਾਰ ਹੋਣਾ, ਮੋਹ ਦਾ ਪ੍ਰਭਾਵ ਡੂੰਘਾ ਪੈ ਜਾਣਾ। ਜਦੋਂ ਇਹ ਚੀਜ਼ਾਂ ਮਨ ਦੇ ਉੱਤੇ ਪਕੜ ਬਣਾ ਲੈਂਦੀਆਂ, ਮਦ ਮਾਇਆ ਕੈ ਭਇਓ ਬਾਵਰ, ਇਹ ਝੱਲਿਆਂ ਵਰਗਾ ਵਿਹਾਰ ਕਰਦਾ, ਬਾਵਰਾ ਜਿਹਾ। ਸਤਿਗੁਰੂ ਆਖਦੇ ਨੇ ਹਰ ਜਸ ਨਹਿ ਉਚਰੈ। ਇਹ ਉਸ ਇੱਕ ਨਸ਼ੇ ਦੇ ਵਿੱਚ, ਇੱਕ ਲੋਰ ਦੇ ਵਿੱਚ ਰਹਿੰਦਾ, ਚਾਹੇ ਇਹਨੂੰ ਲੋਭ ਦੀ ਲੋਰ ਲੱਗੀ ਹੋਵੇ, ਚਾਹੇ ਇਹਨੂੰ ਮੋਹ ਦੀ ਲੋਰ ਲੱਗੀ ਹੋਵੇ। ਸਤਿਗੁਰੂ ਕਹਿੰਦੇ ਨੇ ਇਹਨੂੰ ਪਰਮੇਸ਼ਰ ਚੇਤੇ ਹੀ ਨਹੀਂ ਆਉਂਦਾ, ਸਿਰਜਣਹਾਰ ਵਾਹਿਗੁਰੂ ਦਾ ਧਿਆਨ ਹੀ ਨਹੀਂ ਰਹਿੰਦਾ। ਤੇ ਫਿਰ ਕਰਦਾ ਕੀ ਹੈ? ਕਰ ਪਰਪੰਚ ਜਗਤ ਕੋ ਡਹਿਕੈ। ਮਾਇਆ ਦੇ ਨਸ਼ੇ ਵਿੱਚ ਤਾਂ ਇਹ ਵਿਖਾਵਾ ਕਰਨੋਂ ਵੀ ਬਾਜ਼ ਨਹੀਂ ਆਉਂਦਾ। ਆਪਾਂ ਕਹਿੰਦੇ ਨਾ ਬੰਦਾ ਪਖੰਡ ਕਰਦਾ ਹੈ, ਵਿਖਾਵਾ ਕਰਦਾ ਹੈ। ਹਾਲਾਂਕਿ ਅਸੀਂ ਇਹਨੂੰ ਇੱਕ ਦਾਇਰੇ ਤੱਕ ਸੀਮਤ ਕਰ ਲਿਆ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਬਾਣੀ ਦੇ ਵਿੱਚ ਨਾ ਧਾਰਮਿਕ ਪਹਿਰਾਵਾ ਪਹਿਨਣ ਵਾਲੇ ਬੰਦੇ ਨੂੰ ਸਤਿਗੁਰੂ ਨੇ ਉਦਾਹਰਣ, ਫੋਰ ਐਗਜ਼ਾਮਪਲ ਗੱਲ ਕੀਤੀ ਹੈ। ਤੇਰੀਆਂ ਮਾਲਾ ਪਾਈਆਂ ਕੀ ਕਹਿੰਦੀਆਂ ਨੇ, ਤੇਰੇ ਮੱਥੇ ਦੇ ਤਿਲਕ ਕੀ ਆਂਦੇ ਨੇ, ਤੂੰ ਸਮਾਧੀ ਲਾ ਕੇ ਬੈਠਾ, ਇਹ ਗੱਲਾਂ ਕੀ ਇਹ ਐਸੀਆਂ ਉਦਾਹਰਨਾਂ ਦਿੱਤੀਆਂ ਨੇ। ਪਰ ਮੈਂ ਕਈ ਵਾਰ ਸੋਚਦਾ ਸਤਿਗੁਰੂ ਨੇ ਫੋਰ ਐਗਜ਼ਾਮਪਲ, ਪਖੰਡ ਇਕੱਲਾ ਧਾਰਮਿਕ ਪਹਿਰਾਵਾ ਪਾਉਣ ਵਾਲਾ ਥੋੜ੍ਹੀ ਕਰਦਾ ਹੈ, ਬਾਕੀ ਦੁਨੀਆ ਕਿਤੇ ਪਖੰਡ ਨਹੀਂ ਕਰਦੀ। ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਈਏ, ਉਦਾਹਰਣ ਦਿੰਦਾ, ਅਸੀਂ ਦਿਲੋਂ ਖੁਸ਼ ਨਹੀਂ, ਕਿਉਂਕਿ ਮਨ ਨੂੰ ਇੱਕ ਰੋਗ ਹੈ ਈਰਖਾ, ਜੈਲਸ ਦਾ, ਜਿਨ੍ਹਾਂ ਨਾਲ ਤੁਹਾਡਾ ਕੰਪੀਟੀਸ਼ਨ ਹੋ ਜਾਏ, ਜਦੋਂ ਕੁਝ ਅੱਗੇ ਵਧਣ ਲੱਗਣ ਤੁਹਾਡੇ ਮਨ ਨੂੰ ਪ੍ਰੋਬਲਮ ਹੁੰਦੀ ਹੈ। ਹੁਣ ਅਸੀਂ ਜਾਂਦੇ ਉਹਨਾਂ ਦੇ ਘਰੇ, ਖੁਸ਼ੀ ਦਾ ਕੋਈ ਪ੍ਰੋਗਰਾਮ, ਕੋਈ ਵੱਡੀ ਉਹਨਾਂ ਨੇ ਕੋਈ ਕੰਮ ਖੋਲ੍ਹਿਆ ਤੇ ਸਾਨੂੰ ਉਹਨਾਂ ਸੱਦਣਾ ਹੀ ਸੀ। ਹੁਣ ਅਸੀਂ ਦਿਲੋਂ ਖੁਸ਼ ਥੋੜ੍ਹੀ ਹੁੰਦੇ, ਉਸ ਵੇਲੇ ਅਸੀਂ ਪਖੰਡੀ ਨਹੀਂ ਹੁੰਦੇ। ਕੋਈ ਜ਼ਰੂਰੀ ਹੈ ਵੀ ਇਕੱਲਾ ਧਾਰਮਿਕ ਪਹਿਰਾਵਾ ਪਾਉਣ ਵਾਲਾ ਹੀ ਪਖੰਡ ਕਰੇ? ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਨ 'ਚ ਕਿਸੇ ਲਈ ਪ੍ਰੇਮ ਨਹੀਂ ਪਰ ਪ੍ਰਗਟ ਕਰਨਾ ਪੈ ਰਿਹਾ ਹੈ, ਮਨ 'ਚ ਦੁੱਖ ਨਹੀਂ ਪਰ ਮੂੰਹ ਉਹੋ ਜਿਹਾ ਬਣਾਉਣਾ ਪੈ ਰਿਹਾ ਹੈ, ਅੰਦਰੋਂ ਅਸੀਂ ਖੁਸ਼ ਨਹੀਂ ਪਰ ਸਾਨੂੰ ਧੱਕੇ ਨਾਲ ਖੁਸ਼ ਕਰਨ, ਆਪਣੇ ਆਪ ਨੂੰ ਖੁਸ਼ ਵਿਖਾਉਣਾ ਪੈ ਰਿਹਾ। ਕੀ ਹੈ ਇਹ? ਜਦੋਂ ਵੀ ਸਾਡਾ ਮਨ ਨਾਲੋਂ ਤਨ ਦੇ ਕਰਮ ਦਾ ਫਰਕ ਪਏਗਾ, ਉਹ ਸਾਰਾ ਪਖੰਡ ਹੀ ਹੋਏਗਾ, ਕਿਸੇ ਵੀ ਖੇਤਰ 'ਚ ਹੋਏ, ਕਿਸੇ ਵੀ ਜਗ੍ਹਾ 'ਤੇ ਹੋਏ। ਇਹ ਤਾਂ ਅਸੀਂ ਕੇਵਲ ਉਸ ਚੀਜ਼ ਨੂੰ ਲੈਂਦੇ ਵੀ ਉਹ ਜ਼ਾਹਰਾ ਬੰਦਾ ਇਹ ਕੰਮ ਕਰ ਰਿਹਾ, ਵੀ ਧਾਰਮਿਕ ਪਹਿਰਾਵਾ ਪੈ ਕੇ ਉਹ ਦੱਸਦਾ ਵੀ ਮੈਂ ਹੈ, ਉਹ ਹੁੰਦਾ ਨਹੀਂ ਅੰਦਰੋਂ ਜੋ ਜਿਹਦਾ ਉਹ ਦਾਅਵਾ ਕਰਦਾ ਹੈ। ਪਰ ਅਸੀਂ ਆਮ ਜੀਵਨ 'ਚ ਐਸੇ ਹੀ ਦਾਅਵੇ ਕਰਦੇ ਹਾਂ। ਧਾਰਮਿਕ ਪਹਿਰਾਵੇ ਵਾਲਾ ਚਲੋ ਲਿਬਾਸ ਵਿੱਚ ਥੱਲੇ ਢੱਕ ਲੈਂਦਾ ਵੀ ਮੈਂ, ਉਹ ਮੇਰੇ ਵਰਗਾ ਕਹਿ ਦੇ ਮੈਂ ਸੰਤ ਹਾਂ ਪਰ ਪੱਲੇ ਹੈ ਕੱਖ ਨਹੀਂ, ਮੈਂ ਧਰਮੀ ਹਾਂ ਪਰ ਧਰਮ ਹੈ ਨਹੀਂ। ਉਹਨੂੰ ਟਾਰਗੇਟ ਕਰਨਾ ਥੋੜ੍ਹਾ ਸਹੀਲਾ ਵੀ ਹੈ, ਕਿਉਂਕਿ ਉਹ ਧਰਮ ਦੇ ਪਹਿਰਾਵੇ 'ਚ ਆ ਜਾਂਦਾ ਹੈ ਨਾ, ਤੇ ਅਸੀਂ ਇੱਕ ਸੋਚ ਬਣਾ ਲਈ ਹੈ। ਵੈਸੇ ਕੌਣ ਮੰਨਦਾ ਮੈਂ ਚੋਰ ਹਾਂ, ਤੁਸੀਂ ਦੱਸੋ? ਚਲੋ ਉਹ ਤਾਂ ਧਾਰਮਿਕ ਪਹਿਰਾਵੇ 'ਚ ਨਹੀਂ ਮੰਨ ਰਿਹਾ, ਆਮ ਜੀਵਨ ਵਿੱਚ ਵਿਚਰਨ ਵਾਲਾ ਕੌਣ ਮੰਨਦਾ ਮੈਂ ਚੋਰ ਹਾਂ? ਤੇ ਚੋਰੀਆਂ ਇਕੱਲੀਆਂ ਧਾਰਮਿਕ ਪਹਿਰਾਵੇ ਵਾਲੇ ਹੀ ਕਰਦੇ ਨੇ, ਆਮ ਜੀਵਨ 'ਚ ਕੋਈ ਨਹੀਂ ਕਰਦਾ। ਸਾਡੇ ਸਭਨਾਂ ਦੀ ਇਹ ਮੈਂਟੈਲਿਟੀ ਹੈ, ਤੇ ਜੋ ਸਾਡੇ ਅੰਦਰ ਖੋਟਾ ਹੈ ਸਾਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ, ਭਾਵੇਂ ਕੋਈ ਧਾਰਮਿਕ ਪਹਿਰਾਵੇ ਵਾਲਾ ਹੈ ਚਾਹੇ ਨਹੀਂ ਹੈ। ਅਸੀਂ ਉਸ ਖੋਟ ਨੂੰ ਜਿਸ ਵੇਲੇ ਵਿਖਾਵੇ ਨਾਲ ਢੱਕਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਮਨੋਬਿਰਤੀ ਨੂੰ ਸਤਿਗੁਰੂ ਨੇ ਕਿਹਾ ਵੀ ਇਹ ਤੂੰ ਪਖੰਡ ਕਰ ਰਿਹਾ।
ਇਹ ਤੂੰ ਵਿਖਾਵਾ ਕਰ ਰਿਹਾ, ਇਹ ਤੂੰ ਪ੍ਰਪੰਚ ਕਰ ਰਿਹਾ। ਉਹ ਜਿਹੜੀ ਪ੍ਰਪੰਚ ਦੀ ਮਨੋ ਅਵਸਥਾ ਹੈ, ਉਸ ਨੂੰ ਸਤਿਗੁਰੂ ਨੇ ਕਿਉਂ ਟਾਰਗੇਟ ਕੀਤਾ? ਕਿਉਂਕਿ ਉੱਥੇ ਤੁਹਾਨੂੰ ਜ਼ਬਰਦਸਤੀ ਆਪਣੇ ਜੀਵਨ ਦਾ ਬਹੁਤ ਕੁਝ ਢੱਕਣਾ ਪੈਂਦਾ ਹੈ, ਤੇ ਜ਼ਬਰਦਸਤੀ ਬੜਾ ਕੁਝ ਤੁਹਾਨੂੰ ਮਖੌਟਾ ਚਾੜ ਕੇ ਵਿਖਾਉਣਾ ਪੈਂਦਾ। ਤੁਹਾਨੂੰ ਦੋ ਤਰ੍ਹਾਂ ਦੇ ਜੀਵਨ ਜੀਣੇ ਪੈਂਦੇ ਨੇ, ਇੱਕ ਜੋ ਤੁਸੀਂ ਹੋ, ਇੱਕ ਜੋ ਤੁਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ। ਤੇ ਫਿਰ ਉਹਦੇ ਪਿੱਛੇ ਜੇ ਸੋਚ ਸਵਾਰਥ ਦੀ ਹੋਵੇ, ਹੁੰਦਾ ਤੇ ਸਵਾਰਥ ਹੀ ਹੈ। ਉਹਨੂੰ ਸਤਿਗੁਰੂ ਕਹਿ ਰਹੇ ਨੇ, ਕਰ ਪਰਪੰਚ ਜਗਤ ਕਉ ਡਹਿਕੈ। ਜਗਤ ਨੂੰ ਠੱਗਦਾ ਹੈ। ਠੱਗਣ ਦਾ ਭਾਵ ਕੀ ਹੈ? ਧੋਖਾ ਦੇਣਾ ਹੈ, ਲੋਕਾਂ ਨੂੰ ਜਾਲ 'ਚ ਫਸਾਉਣਾ ਹੈ। ਕਰ ਪਰਪੰਚ ਜਗਤ ਕਉ ਡਹਿਕੈ, ਆਪਣੋ ਉਦਰ ਭਰੈ। ਆਪਣਾ ਢਿੱਡ ਭਰਦਾ ਹੈ। ਢਿੱਡ ਭਰਨ ਦਾ ਮਤਲਬ ਕੀ ਹੈ? ਵੀ ਆਪਣੀ ਸੰਤੁਸ਼ਟੀ, ਉਹਦੇ ਤੋਂ ਸੈਟਿਸਫੈਕਸ਼ਨ ਲੱਭਦਾ ਹੈ। ਅਗਲੇ ਨੂੰ ਮੂਰਖ ਬਣਾ ਕੇ ਤੂੰ ਉਹਦੇ 'ਚੋਂ ਸੰਤੁਸ਼ਟੀ ਲੱਭਦਾ, ਭਾਵੇਂ ਉਹ ਤੂੰ ਧਾਰਮਿਕ ਪਹਿਰਾਵੇ 'ਚ ਕਰੇ ਜਾਂ ਬਿਨਾਂ ਧਾਰਮਿਕ ਪਹਿਰਾਵੇ ਤੋਂ ਕਰੇ। ਸਤਿਗੁਰੂ ਨੇ ਬੜੀ ਓਪਨ ਗੱਲ ਕੀਤੀ ਹੈ। ਹੁਣ ਜਦੋਂ ਸਤਿਗੁਰੂ ਇਹ ਵਾਕ ਕਹਿੰਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਭਾਵ ਠੱਗੀ, ਚੋਰੀ, ਬਦਕਾਰੀ, ਚੀਟਿੰਗ ਕਰਨੀ, ਕਿਸੇ ਨਾਲ ਧੋਖਾ ਕਰਨਾ, ਜ਼ਾਲਸਾਜ਼ੀ ਕਰਨੀ, ਫਰੇਬ ਕਿਸੇ ਵੀ ਰੂਪ 'ਚ। ਸਤਿਗੁਰੂ ਮਹਾਰਾਜ ਇੱਥੇ ਆਖਦੇ ਨੇ, ਸਵਾਨ ਪੂਛ ਜਿਉ ਹੋਏ ਨਾ ਸੁਧ। ਇੱਕ ਆਮ ਉਦਾਹਰਣ ਹੈ ਸਾਡੇ ਕਲਚਰ ਦੀ, ਖਾਸ ਤੌਰ ਤੇ ਕਹਿੰਦੇ ਨੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਹੁਣ ਉਹਦੀ ਬਣਤਰ ਹੀ ਇਹੋ ਜਿਹੀ ਹੈ। ਇਹਦਾ ਭਾਵ ਹੈ ਵੀ ਮਨ ਦੀ ਬਣਤਰ ਹੀ ਇਹੋ ਜਿਹੀ ਟੇਢੀ ਹੋ ਗਈ ਹੈ ਵੀ ਮੈਂ ਕੋਸ਼ਿਸ਼ ਕਰ ਰਿਹਾ ਵੀ ਇਸ ਨੂੰ ਸਿੱਧਾ ਕਰਾਂ। ਜਦੋਂ ਮਨ ਦੀ ਬਣਤਰ ਵਿੱਚ ਜਿੰਨਾ ਚਿਰ ਫਰਕ ਨਹੀਂ ਪਏਗਾ ਤੇ ਬਾਹਰ ਦੇ ਵਿਖਾਵੇ ਇਸ ਨੂੰ ਸਹੀ ਨਹੀਂ ਕਰ ਸਕਣਗੇ। ਜੇ ਮਨ ਦੀ ਬਣਤਰ ਵਿੱਚ ਫਰਕ ਨਹੀਂ ਪਏਗਾ ਤੇ ਬਾਹਰ ਦੇ ਵਿਖਾਵੇ ਇਸ ਨੂੰ ਸਿੱਧੇ ਰਾਹ ਤੇ ਨਹੀਂ ਲਿਆ ਸਕਣਗੇ। ਪ੍ਰੋਬਲਮ ਬਣਤਰ ਵਿੱਚ ਹੈ, ਮਨ ਦੇ ਖਿਆਲਾਂ ਵਿੱਚ ਹੈ। ਤੇ ਸਾਡੀ ਕਈ ਵਾਰ ਮਨੋਵਸਥਾ ਹੁੰਦੀ ਹੈ, ਅਸੀਂ ਸਾਰਾ ਇਲਾਜ ਹੀ ਉਲਟੇ ਰੁਖ ਦਾ ਕਰਦੇ ਹਾਂ। ਹੁਣ ਕੋਈ ਕਵੇ ਸਾਡੇ ਪਰਿਵਾਰ 'ਚ ਸੁੱਖ ਸ਼ਾਂਤੀ ਨਹੀਂ, ਤੇ ਮੇਰੇ ਵਰਗਾ ਪਾਣੀ ਫੂਕਾਂ ਮਾਰ ਕੇ ਦੇ, ਉਹਦੇ ਨਾਲ ਕੀ ਫਰਕ ਪੈਣਾ? ਸੁੱਖ ਸ਼ਾਂਤੀ ਕਿਤੇ ਪਾਣੀ ਕਰਕੇ ਥੋੜ੍ਹਾ ਰੁਕੀ ਪਈ ਸੀ ਵੀ ਮੇਰੀਆਂ ਫੂਕਾਂ ਨਾਲ ਸੁੱਖ ਸ਼ਾਂਤੀ ਆ ਜਾਏਗੀ। ਉਸ ਕਹਾਣੀ ਤੇ ਹੋਰ ਹੈ, ਪ੍ਰੋਬਲਮ ਕਿਤੇ ਹੋਰ ਹੈ। ਇਹ ਤਾਂ ਉਵੇਂ ਦੇ ਇਲਾਜ ਨੇ, ਖਿਮਾ ਕਰਨਾ ਹੈ ਤਾਂ ਅਗਲੇ ਨੂੰ ਬਸ ਇਉਂ ਕਹਿ ਲਓ ਵੀ ਉਹਦਾ ਮੱਥਾ ਡੰਮ ਕੇ ਤੋਰਨਾ। ਇਹ ਉਵੇਂ ਦੀ ਖੇਡ ਹੈ ਵੀ ਜ਼ਖਮ ਤੁਹਾਡੇ ਹੱਥ 'ਤੇ ਹੈ, ਤੁਸੀਂ ਪੱਟੀ ਪੈਰ 'ਤੇ ਕਰਦੇ ਹੋ। ਪ੍ਰੋਬਲਮ ਜਿੱਥੇ ਹੈ ਉੱਥੇ ਬੰਦਾ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਵੀ ਭਟਕਣਾ ਵਿਹਾਰ ਦੇ ਕਰਕੇ ਹੈ, ਵਿਹਾਰ ਮਨ ਦੀ ਅਵਸਥਾ ਕਰਕੇ ਹੈ। ਇਸ ਗੱਲ ਨੂੰ ਸਮਝ। ਬਾਬਾ ਕਬੀਰ ਸਾਹਿਬ ਦੀ ਉਦਾਹਰਣ ਸਾਡੇ ਕੋਲ ਬੜੀ ਬਾ ਕਮਾਲ ਹੈ। ਉਹ ਕਹਿੰਦੇ ਸਨ ਵੀ ਤੁਸੀਂ ਨਾ ਜਗ੍ਹਾ, ਜਿਹੜਾ ਬੰਦਾ ਕਾਂਸ਼ੀ ਆ ਕੇ ਪ੍ਰਾਣ ਤਿਆਗੇ ਉਹ ਮੁਕਤ ਹੋ ਜਾਂਦਾ ਹੈ। ਕਬੀਰ ਸਾਹਿਬ ਸਾਰੀ ਉਮਰ ਕਾਂਸ਼ੀ 'ਚ ਜੰਮੇ ਪਲੇ, ਪ੍ਰਵਾਨ ਚੜ੍ਹੇ, ਉਮਰ ਕਾਂਸ਼ੀ 'ਚ ਬਤਾਈ। ਆਖਰੀ ਉਮਰ ਬਜ਼ੁਰਗ ਹੋ ਗਏ ਨਾ, ਜਿਸ ਵੇਲੇ ਉਹਨਾਂ ਨੂੰ ਲੱਗਿਆ ਵੀ ਹੁਣ ਸਰੀਰ ਜਿਹੜਾ ਹੈ ਕਮਜ਼ੋਰਾ ਹੋ ਰਿਹਾ, ਤੇ ਜਿਹੜੀ ਧਰਤੀ ਨੂੰ ਪੰਡਤਾਂ ਨੇ ਕਿਹਾ ਸੀ ਨਾ ਸਰਾਪੀ ਹੋਈ ਧਰਤੀ ਹੈ, ਉਹਨਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਜ਼ਿੰਦਗੀ ਦਾ ਆਖਰੀ ਸਮਾਂ ਉੱਥੇ ਜਾ ਕੇ ਬਿਤਾਉਣਾ। ਉਹ ਕਿਹੜੀ ਧਰਤੀ ਹੈ? ਮਗਹਰ, ਗੋਰਖਪੁਰ ਦੇ ਲਾਗੇ। ਹੁਣ ਨਗਰ ਦੇ ਜਿਹੜੇ ਬੰਦੇ ਇਸ ਤਰ੍ਹਾਂ ਦੀ ਸੋਚ, ਉਹ ਇਕੱਠੇ ਹੋ ਕੇ ਕਹਿਣ ਲੱਗੇ, ਕਬੀਰ ਜੀ ਇਹ ਤੁਸੀਂ ਕੀ ਨਿਰਾਲਾ ਫੈਸਲਾ। ਠੀਕ ਹੈ ਤੁਹਾਡੇ ਸਾਡੇ ਖਿਆਲ ਨਹੀਂ ਰਲਦੇ, ਗੱਲ ਵੱਖਰੀ ਹੈ। ਠੀਕ ਹੈ ਆਪਣਾ ਸਾਰੀ ਉਮਰ ਵਿਚਾਰਕ ਮਤ ਭੇਦ ਰਿਹਾ ਹੈ ਬੜਾ ਡੂੰਘਾ, ਇਹ ਵੀ ਗੱਲ ਸਹੀ ਹੈ, ਪਰ ਆਹ ਫੈਸਲਾ ਤੇ ਨਿਰਮੂਲੋਂ ਹੀ ਹੋਰ ਤਰ੍ਹਾਂ ਦਾ, ਬੜਾ ਨਿਰਮੂਲ ਫੈਸਲਾ ਹੈ। ਆਖਿਆ ਕਿਉਂ? ਕਹਿਣ ਲੱਗੇ ਜੀ ਕਾਂਸ਼ੀ 'ਚ ਘੱਟੋ ਘੱਟ ਜਿਹੜੇ ਬੰਦੇ ਦੇ ਪ੍ਰਾਣ ਨਿਕਲਦੇ ਨੇ ਉਹ ਮੁਕਤ ਹੁੰਦਾ ਹੈ, ਤੇ ਮਗਰ ਤੇ ਸਰਾਪੀ ਧਰਤੀ ਜਿਹੜਾ ਉੱਥੇ ਮਰਦਾ ਹੈ ਉਹ ਮੁਕਤ ਨਹੀਂ ਹੁੰਦਾ। ਇਹ ਪ੍ਰਾਣਾ 'ਚ ਲਿਖਿਆ। ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਚਲੋ ਜਿਵੇਂ ਵੀ ਹੈ, ਹੁਣ ਤੁਸੀਂ ਇਸ ਉਮਰ 'ਚ ਉੱਥੇ ਜਾਣ ਦਾ ਕਿਵੇਂ ਫੈਸਲਾ ਕਰ ਰਹੇ ਹੋ? ਬਹੁਤੇ ਬੰਦੇ ਇਸੇ ਕਰਕੇ ਕਨਫਿਊਜ਼, ਬੰਦਾ ਦੁਨੀਆ ਤੋਂ ਚਲਿਆ ਗਿਆ, ਸੰਸਕਾਰ ਹੋ ਗਿਆ, ਉਹਨਾਂ ਨੂੰ ਲੱਗਦਾ ਹੈ ਜੇ ਉਹਦੀਆਂ ਅਸਥੀਆਂ ਇੱਥੇ ਲੈ ਜਾਈਏ ਤਾਂ ਮੁਕਤ ਹੋ ਜਾਣਾ ਇਹਨੇ। ਬਸ ਇੰਨੀ ਗੱਲ ਦੇ ਉੱਤੇ ਉਹ ਅੜੇ ਖੜੇ ਨੇ।
ਹੁਣ ਜੇ ਇਸ ਸ਼ਬਦ ਨੂੰ ਸਾਹਮਣੇ ਬੜਾ ਔਖਾ ਹੈ, ਪੰਡਤਾਂ ਨੂੰ ਵੀ ਬੜੀ ਔਖਿਆਈ ਹੋਈ ਸੀ, ਸਾਨੂੰ ਵੀ ਹੋਣੀ ਹੈ, ਪਰ ਕਬੀਰ ਦਾ ਸ਼ਬਦ ਤੇ ਨਹੀਂ ਨਾ ਬਦਲਣਾ, ਉਹ ਤਾਂ ਜਿਉਂ ਦਾ ਤਿਉਂ ਰਹਿਣਾ ਹੈ। ਤੇ ਸਤਿਗੁਰੂ ਮਹਾਰਾਜ ਨੇ ਉਸ ਸ਼ਬਦ ਵਿੱਚ ਕੀ ਕਿਹਾ? ਕਹਿਣ ਲੱਗੇ ਵੀ ਲੋਕ ਮੇਰੇ ਬਾਰੇ ਇਹ ਕਹਿੰਦੇ ਨੇ, ਮੈਂ ਕੀ ਸੋਚਦਾ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ, ਮੁਆ ਕਬੀਰ ਰਮਤ ਸ਼੍ਰੀ ਰਾਮ। ਉਹ ਇਸ ਮਰਨ ਨਾਲ ਮੁਕਤੀ ਥੋੜ੍ਹਾ ਹੋਣੀ ਹੈ। ਜਿਹੜੀ ਮੌਤ ਮਰਨਾ ਪੈਣਾ ਸੀ ਉਹ ਤਾਂ ਤੁਸੀਂ ਸਾਰੀ ਉਮਰ ਮਰਨ ਲਈ ਤਿਆਰ ਨਹੀਂ ਹੁੰਦੇ। ਹਉਮੈ ਵੱਲੋਂ ਮਰਨਾ ਸੀ, ਈਰਖਾ ਵੱਲੋਂ ਮਰਨਾ ਸੀ, ਹੰਕਾਰ ਵੱਲੋਂ ਮਰਨਾ ਸੀ, ਉਹ ਮਰਨਾ ਤਾਂ ਕੋਈ ਪ੍ਰਵਾਨ ਨਹੀਂ ਕਰਦਾ। ਤੇ ਇੱਥੇ ਮਰਿਆ ਕੀ ਹੋ, ਜੇ ਮੇਰੇ ਅਮਲ ਚੰਗੇ ਨਹੀਂ, ਭਾਵੇਂ ਕਾਂਸ਼ੀ ਮਰਾਂ ਜਾਂ ਕਿਤੇ ਹੋਰ ਮਰਾਂ, ਕੀ ਫਰਕ ਪੈਂਦਾ? ਤੇ ਜੇ ਤੁਹਾਡੇ ਅਮਲ ਉੱਚੇ ਨੇ ਨਾ, ਦੁਨੀਆ ਦੀ ਕਿਸੇ ਵੀ ਧਰਤੀ ਤੇ ਤੁਸੀਂ ਬੈਠੇ ਹੋ, ਕਿਸੇ ਵੀ ਧਰਤੀ ਤੇ ਤੁਸੀਂ ਉੱਥੇ ਹੀ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ। ਗੱਲ ਮਨ ਦੇ ਬੰਧਨ ਛੁੱਟਣ ਦੀ ਹੈ। ਹਜ਼ੂਰ ਆਖਦੇ ਨੇ, ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ। ਇਹ ਨਾਨਕ ਆਖ ਸਦਾ ਜਿਹੜਾ ਉਸ ਪਰਮੇਸ਼ਰ ਦੀ ਯਾਦ ਵਿੱਚ, ਉਹਦੇ ਗੁਣਾਂ ਵਿੱਚ ਜੁੜਦਾ ਹੈ, ਉਹਦਾ ਜ਼ਿੰਦਗੀ ਦੇ ਸਫਲ ਹੋਣ ਦਾ ਕਾਰਜ ਸਰ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਸਾਹਿਬ ਕਿਰਪਾ ਕਰਨ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।